ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਸ਼ੇਸ਼ ਨਾਗ ਦੀ ਹੋਂਦ, ਇਸ ਦੇ ਉੱਪਰ ਇੱਕ ਤਿਲ ਮਾਤਰ ਜੋ ਵਿਚਾਰ ਹੈ ਉਹ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਅਗਰ ਆਪਾਂ ਥੋੜ੍ਹਾ ਜਿਹਾ ਗੁਰਬਾਣੀ ਦੀ ਵਿਚਾਰ ਨੂੰ ਗੌਰ ਦੇ ਨਾਲ ਤੱਕੀਏ ਤੇ ਵਾਹਿਗੁਰੂ ਦੀ ਜਿਹੜੀ ਹੋਂਦ ਹੈ, ਲਖਤਾ ਹੈਗੀ ਆ, ਇਹ ਵਿਚਿੱਤਰ ਹੈ ਤੇ ਉਹਦੀ ਮਾਇਆ ਜਿਹੜੀ ਹੈ ਉਹ ਵੀ ਵਿਚਿੱਤਰ ਹੈ। ਲੇਕਿਨ ਇਹ ਜਿਹੜਾ ਨਾ ਪਸਾਰਾ ਪਰਮੇਸ਼ਰ ਨੇ ਵਿਚਿੱਤਰ ਤੋਂ ਵਿਚਿੱਤਰ ਰਚਿਆ ਹੈ। ਇਸ ਪਸਾਰੇ ਦੇ ਅੰਦਰ ਅਨੇਕ ਤਰ੍ਹਾਂ ਦੇ ਜੀਵ ਜੰਤੂ ਪੈਦਾ ਕਰਕੇ ਉਹਨਾਂ ਦੀ ਹਰੇਕ ਦੀ ਇੱਕ ਆਪਣੀ ਜਿਹੜੀ ਹੈ ਨਾ ਦੁਨੀਆ ਹੈ, ਉਹ ਵੀ ਵਿਚਿੱਤਰ ਪਰਮੇਸ਼ਰ ਨੇ ਬਣਾ ਰੱਖੀ ਹੈਗੀ ਆ। ਤੇ ਇਹਦੇ ਵਿੱਚੋਂ ਇੱਕ ਦੁਨੀਆ ਜਿਹੜੀ ਹੈ ਉਹ ਅਸੀਂ ਕਹਿੰਦੇ ਹਾਂ ਇਹ ਆਪਣੇ ਨਾਗਾਂ ਦੀ ਦੁਨੀਆ, ਸੱਪਾਂ ਦੀ ਦੁਨੀਆ। ਤੇ ਇਹਦੇ ਵਿੱਚ ਸ਼ੇਸ਼ ਨਾਗ ਜੋ ਨਾਗ ਹੈ ਇਹ ਪ੍ਰਮੁੱਖ ਹੈ, ਕਿਉਂਕਿ ਸ਼ੇਸ਼ ਨਾਗ ਜਿਵੇਂ ਗੁਰਬਾਣੀ ਦੇ ਵਿੱਚ ਸਾਨੂੰ ਇੱਕ ਨਹੀਂ ਅਨੇਕ ਤਰ੍ਹਾਂ ਜਿਹੜਾ ਹੈ ਸ਼ੇਸ਼ ਨਾਗ ਦਾ ਜੋ ਸਾਨੂੰ ਦੱਸਿਆ ਜੀ ਗੁਰਬਾਣੀ ਨੇ ਕਿ ਇਸ ਦੇ 1000 ਫਨ ਵਾ। ਅਤੇ ਸਭ ਤੋਂ ਵੱਡੀ ਜਿਹੜੀ ਵਿਸ਼ੇਸ਼ਤਾ ਸ਼ੇਸ਼ ਨਾਗ ਦੇ ਅੰਦਰ ਪਾਈ ਜਾਂਦੀ ਆ ਉਹ ਇਹ ਹੈ ਕਿ ਹਰੇਕ ਇੱਕ ਫਨ ਦੇ ਨਾਲ ਉਹ ਇੱਕ ਵਾਹਿਗੁਰੂ ਜੀ ਦਾ ਰੋਜ਼ ਨਵਾਂ ਨਾਮ ਜਪਦਾ ਹੈ। ਔਰ ਇਸ ਤਰ੍ਹਾਂ ਉਹ ਆਪਣੇ ਜੀਵਨ ਦੇ ਵਿੱਚ ਜਦ 1000 ਨਾਮ ਜਪਦਾ ਹੈ, ਫਿਰ ਦੂਸਰੇ ਫਨ ਦੇ ਨਾਲ ਫਿਰ ਨਵਾਂ ਨਾਮ ਜਪਦਾ ਹੈ। ਇਸ ਤਰ੍ਹਾਂ ਸ਼ੇਸ਼ ਨਾਗ ਆਪਣੀ ਜੀਵਨ ਦੀ ਲੱਖਾਂ ਸਾਲ ਦੀ ਉਮਰ ਦੇ ਵਿੱਚ ਹਰੇਕ ਨਾਮ ਨਵਾਂ ਜਪਦਾ ਹੈ, ਪਰ ਪਰਮੇਸ਼ਰ ਦੇ ਨਾਮਾਂ ਦਾ ਅੰਤ ਨਹੀਂ ਪਾ ਸਕਦਾ। ਦੇਖੋ ਕਿੱਡਾ ਇਹ ਜਿਹੜੀ ਵਿਚਿੱਤਰ ਜੋ ਜਾਣਕਾਰੀ ਸਾਨੂੰ ਗੁਰਮਤਿ ਨੇ ਦਿੱਤੀ ਆ। ਅਤੇ ਅਸੀਂ ਇਹ ਵੀ ਦੇਖਦੇ ਹਾਂ ਕਿ ਇਹ ਜਿਹੜੀ ਹੈ ਨਾ ਵਿਚਿੱਤਰ ਲੀਲਾ ਉਸ ਵਾਹਿਗੁਰੂ ਜੀ ਨੇ ਬਣਾਈ ਆ। ਇਹਦੇ ਵਿੱਚ ਅਸੀਂ ਬਹੁਤ ਸਾਰੀਆਂ ਜਿਹੜੀਆਂ ਨੇ ਕਿਸੇ ਜੋ ਗਾਥਾ ਹੈਗੀਆਂ ਇਹ ਵੀ ਅਸੀਂ ਪੁਰਾਤਨ ਸਮੇਂ ਤੋਂ ਸੁਣਦੇ ਹਾਂ ਕਿ ਜਦੋਂ ਦੇਵਤਿਆਂ ਅਤੇ ਰਾਖਸ਼ਾਂ ਨੇ ਸਮੁੰਦਰ ਰਿੜਕ ਕੇ 14 ਰਤਨ ਕੱਢੇ ਅਤੇ ਇਹਦੇ ਵਿੱਚ ਜਦ ਖੀਰ ਸਮੁੰਦਰ ਨੂੰ ਰਿੜਕਿਆ ਸੀ, ਸੁਮੇਰ ਪਰਬਤ ਦੀ ਮਧਾਣੀ ਪਾਈ ਸੀ। ਤਾਂ ਪਰ ਇਹਦੇ ਵਿੱਚ ਜਿਹੜਾ ਸ਼ੇਸ਼ ਨਾਗ ਹੈ ਨਾ ਇਹਨੂੰ ਰੱਸੇ ਵਾਂਗੂ ਯੂਜ ਕੀਤਾ ਸੀਗਾ। ਇੱਕ ਭਾਵ ਕੀ ਆ ਕਿ ਇਸ ਤਰ੍ਹਾਂ ਦੇ ਨਾ ਖੇਡ ਜਿਹੜੇ ਹੈ ਗੁਰਮਤ ਸਾਨੂੰ ਦੱਸਦੀ ਆ ਕਿ ਸ਼ੇਸ਼ ਨਾਗ ਹਰੇਕ ਤਰ੍ਹਾਂ ਕਿਸੇ ਨਾ ਕਿਸੇ ਭਾਵ ਦੇ ਵਿੱਚ, ਕਿਸੇ ਨਾ ਕਿਸੇ ਕਾਰਜ ਦੇ ਵਿੱਚ ਇਸ ਇਨਸਾਨ ਗੁਰਮੁਖ ਦੇ ਨਾਲ ਸ਼ਾਮਲ ਰਿਹਾ ਹੈ। ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅਗਰ ਜੀਵਨ ਦੇ ਦਰਸ਼ਨ ਕਰਦੇ ਹਾਂ ਅਤੇ ਕਿਵੇਂ ਇੱਕ ਨਾਗ ਨੇ ਗੁਰੂ ਸਾਹਿਬ ਦੇ ਉੱਪਰ ਛਾਂ ਕੀਤੀ ਸੀਗੀ। ਸੋ ਭਾਵ ਕਿ ਜਿਹੜੇ ਇੰਨੇ ਜ਼ਹਿਰੀਲੇ ਜਾਨਵਰ ਹੈਗੇ ਆ ਉਹ ਵੀ ਮਹਾਂਪੁਰਖਾਂ ਦੇ ਉੱਪਰ ਛਾਵਾਂ ਕਰਦੇ, ਰੱਖਿਆ ਕਰਦੇ ਆ। ਇਸ ਤਰ੍ਹਾਂ ਅਸੀਂ ਅਨੇਕ ਮਹਾਂਪੁਰਖ ਸੰਤਾਂ ਦੇ ਜੋ ਬੰਦਗੀ ਵਾਲੇ ਸਥਾਨ ਦੇਖਦੇ ਆ, ਉਸ ਦੇ ਉੱਤੇ ਵੀ ਸਾਨੂੰ ਇਹ ਗੱਲਾਂ ਜਿਹੜੀਆਂ ਨਾ ਸਧਾਰਨ ਸਤ ਸੰਗਤ ਦੇ ਵਿੱਚੋਂ ਪ੍ਰਾਪਤ ਹੋ ਜਾਂਦੀਆਂ ਕਿ ਕਿਵੇਂ ਮਹਾਂਪੁਰਖਾਂ ਦੀ ਬੰਦਗੀ ਕਰਦਿਆਂ ਦੀ ਰੱਖਿਆ ਵੀ ਜਿਹੜੀ ਹੈ ਨਾ ਇਹ ਸ਼ੇਸ਼ ਨਾਗ ਕਰਦੇ ਆਏ ਆ। ਸੋ ਕਹਿਣ ਤੋਂ ਭਾਵ ਹੈ ਕਿ ਇੱਕ ਨਹੀਂ ਅਨੇਕਾਂ ਤਰੀਕਾਂ ਦੇ ਨਾਲ ਜਿਹੜਾ ਹੈ ਨਾ ਸਾਨੂੰ ਇਹਨਾਂ ਦੇ ਕਾਰਜ ਬਾਰੇ ਪਤਾ ਲੱਗਦਾ ਹੈ। ਸੋ ਜਿਵੇਂ ਅਸੀਂ 6ਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਅਗਰ ਇਤਿਹਾਸ ਦੇਖਦੇ ਹਾਂ ਕਿ ਮੈਂ ਇੱਕ ਸਿੱਖ ਦਾ ਜਿਹੜਾ ਅਟੁੱਟ ਵਿਸ਼ਵਾਸ ਗੁਰੂ ਸਾਹਿਬ ਦੇ ਉੱਪਰ ਅਤੇ ਉਸ ਵਿਸ਼ਵਾਸ ਦਾ ਫਲ ਉਹਦੀ ਬੱਚੀ ਨੂੰ ਪਤਾਲ ਦੇ ਸ਼ੇਸ਼ ਨਾਗ ਦੇ ਨਾਲ ਵਿਆਹ ਦੇਣਾ ਅਤੇ ਪਤਾਲ ਦੀ ਰਾਣੀ ਬਣਾ ਦੇਣਾ, ਇਹ ਬੜੀਆਂ ਹੈ ਨਾ ਵਿਚਿੱਤਰ ਘਟਨਾਵਾਂ ਜਿਹੜੀਆਂ ਹੈ ਇਹ ਸਿੱਖ ਇਤਿਹਾਸ ਦੇ ਵਿੱਚ ਪਾਈਆਂ ਜਾਂਦੀਆਂ ਹੈ। ਭਾਵ ਕੀ ਆ ਕਿ ਇੱਕ ਭਾਵਨਾ, ਇੱਕ ਡੂੰਘੀ ਖੋਜ, ਇੱਕ ਸ਼ਰਧਾ, ਇੱਕ ਲਗਨ ਇਹਦੇ ਵਿੱਚ ਸਾਨੂੰ ਸਧਾਰਨ ਪ੍ਰਾਪਤ ਹੋ ਜਾਂਦੀ ਆ ਕਿ ਸਿੱਖੀ ਦੀ ਜਿਹੜੀ ਜਾਣਕਾਰੀ ਹੈ ਜਾਂ ਜਿਹੜੇ ਗੁਰਸਿੱਖ ਸਿੱਖੀ ਦੇ ਵਿੱਚ ਸ਼ਾਮਲ ਵਾ ਉਹ ਕਿਸੇ ਵੀ ਵਾਹਿਗੁਰੂ ਜੀ ਦੇ ਕਾਰਜ ਦੇ ਵਿੱਚ ਚਲੇ ਜਾਣ, ਉਹਦੇ ਵਿੱਚੋਂ ਕੋਈ ਨਾ ਕੋਈ ਐਸੀ ਨਵੀਂ ਵਿਚਿੱਤਰ ਖੇਡ ਜਾਂ ਸਾਨੂੰ ਗੱਲਬਾਤ ਜਿਹੜੀ ਹੈ ਉਹਦੇ ਵਿੱਚੋਂ ਪ੍ਰਾਪਤ ਹੋ ਜਾਂਦੀ ਆ ਕਿ ਉੱਥੇ ਇਨਸਾਨੀ ਅਕਲ ਜਿਹੜੀ ਹੈ ਨਾ ਉਹ ਦੰਗ ਰਹਿ ਜਾਂਦੀ ਆ। ਭਾਵ ਕੀ ਆ, ਇਹ ਸਾਰੀਆਂ ਜਿਹੜੀਆਂ ਨਾ ਗੱਲਾਂ ਬਾਤਾਂ ਅਸੀਂ ਸੁਣਦੇ ਹੈਗੇ ਆ, ਇਹ ਇਨਸਾਨੀ ਅਕਲ ਦੀ ਜਿਹੜੀ ਹੈ ਉਹ ਪਕੜ ਦੇ ਵਿੱਚ ਨਹੀਂ ਹੁੰਦੀਆਂ, ਕਿਉਂਕਿ ਵਾਹਿਗੁਰੂ ਆਪ ਵਿਚਿੱਤਰ ਤੋਂ ਪਰੇ ਹੈ। ਉਹਦੀ ਲੀਲਾ ਵੀ ਇਸ ਤਰ੍ਹਾਂ ਦੀ ਹੈ ਕਿਉਂਕਿ ਉਹਨੇ ਹਰੇਕ 84 ਲੱਖ ਜੂਨਾਂ ਦੇ ਵਿੱਚ ਹਰੇਕ ਜੂਨ ਦੀ ਇੱਕ ਨਵੀਂ ਹੀ ਜਿਹੜੀ ਦੁਨੀਆ ਹੈ ਉਹ ਸਾਜ ਰੱਖੀ ਹੈ। ਇਹਨਾਂ ਬ੍ਰਹਿਮੰਡਾਂ ਦੇ ਵਿੱਚ ਕਿਸੇ ਚੀਜ਼ ਦਾ ਵੀ ਕੋਈ ਅੰਤ ਨਹੀਂ ਹੈ। ਕਿਸੇ ਵੀ ਚੀਜ਼ ਦੀ ਤੁਸੀਂ ਖੋਜ ਦੇ ਵਾਸਤੇ ਚੱਲ ਜਾਓ, ਸਾਨੂੰ ਗੁਰਮਤਿ ਇਹ ਦੱਸਦੀ ਹੈ
कि ਇਹ ਹੀ ਵਾਹਿਗੁਰੂ ਦੀ ਜਿਹੜੀ ਨਾ ਖਾਸੀਅਤ ਹੈ ਕਿ ਜਿਹੜੀ ਚੀਜ਼ ਉਹਨੇ ਇੱਕ ਬਣਾਈ ਆ ਨਾ ਉਹਦਾ ਕੋਈ ਅੰਤ ਨਹੀਂ ਹੈ। ਅਗਰ ਅਸੀਂ ਸਧਾਰਨ ਤੌਰ 'ਤੇ ਦੇਖ ਲੈਂਦੇ ਹਾਂ ਕਿ ਜਿਵੇਂ ਇੱਕ ਮੱਕੜੀ ਜਿਹੜੀ ਹੈ ਉਹ ਰੇਸ਼ਾ ਤਿਆਰ ਕਰਦੀ ਹੈ। ਅੱਜ ਦੀ ਜਿਹੜੀ ਸਭ ਤੋਂ ਪੁਰਾਣੀ ਦੂਰਬੀਨ ਆ ਉਹਦੇ ਵਿੱਚ ਦੇਖਿਆ ਗਿਆ ਕਿ ਇੱਕ ਮੱਕੜੀ ਦਾ ਰੇਸ਼ਾ ਜਿਹੜਾ ਹੈ ਨਾ ਉਹ ਲੱਖਾਂ ਰੇਸ਼ਿਆਂ ਤੋਂ ਬਣਿਆ ਹੈ। ਅਤੇ ਉਹ ਲੱਖਾਂ ਰੇਸ਼ਾ ਦੇ ਵਿੱਚੋਂ ਇੱਕ ਰੇਸ਼ਾ ਲੈ ਕੇ ਜਦ ਉਹਦੇ ਉੱਤੇ ਵੀ ਜਿਹੜੀ ਖੋਜ ਕੀਤੀ ਗਈ ਉਹ ਵੀ ਗਾਂ ਲੱਖਾਂ ਰੇਸ਼ਿਆਂ ਤੋਂ ਬਣਿਆ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ। ਭਾਵ ਕੀ ਹੈ ਕਿ ਕਿਸੇ ਚੀਜ਼ ਦਾ ਕੋਈ ਅੰਤ ਨਹੀਂ ਹੈ ਕਿ ਇਹਦਾ ਜਿਹੜੀ ਸ਼ੁਰੂਆਤ ਹੈ ਕਿੱਥੋਂ ਹੈ। ਸਭ ਇੱਕ ਨਾ ਬੁਝਾਰਤ ਕਲਾ ਹੈ। ਪਰ ਹਾਂ ਇੰਨਾ ਜ਼ਰੂਰ ਹੈ ਕਿ ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਜੀ ਦਾ ਨਾਮ ਜਪ ਕੇ ਵਾਹਿਗੁਰੂ ਜੀ ਦਾ ਰੂਪ ਹੋ ਜਾਂਦੇ ਆ। ਜਿਵੇਂ ਸਾਨੂੰ ਗੁਰੂ ਸਾਹਿਬ ਨੇ ਆਖਿਆ ਹੈ ਕਿ ਇਹ ਬੜੇ ਉੱਚਾ ਹੋਵੇ ਕੋ ਤਿਸ ਉੱਚੇ ਕੋ ਜਾਣੇ ਸੋ। ਅਗਰ ਕੋਈ ਰੱਬ ਵਰਗਾ ਹੋਵੇ ਤਾਂ ਫਿਰ ਹੀ ਉਹ ਰੱਬ ਦੀਆਂ ਇਹਨਾਂ ਬਚਿੱਤਰ ਖੇਡਾਂ ਨੂੰ ਜਾਣ ਸਕਦਾ ਹੈ। ਦੂਸਰਾ ਇਨਸਾਨ ਜਿਹੜਾ ਹੈ ਨਾ ਇਹਨਾਂ ਚੀਜ਼ਾਂ ਨੂੰ ਜਾਣ ਨਹੀਂ ਸਕਦਾ। ਸੋ ਭਾਵ ਕੀ ਹੈ, ਜਿੰਨੀ ਵੀ 84 ਲੱਖ ਜੂਨ ਵਾਹਿਗੁਰੂ ਜੀ ਨੇ ਬਣਾਈ ਹੈ ਸਾਰੀ ਮਨੁੱਖ ਦੀ ਸੇਵਾ ਵਾਸਤੇ ਬਣਾਈ ਆ। ਪਰ ਇਹ ਜੂਨ ਉਸੇ ਹੀ ਮਨੁੱਖ ਦੀ ਸੇਵਾ ਕਰਦੀ ਆ ਜਿਹੜੀਆਂ ਰੂਹਾਂ ਵਾਹਿਗੁਰੂ ਦੇ ਨਾਲ ਜੁੜੀਆਂ, ਅਤੇ ਜਿਹੜੀਆਂ ਟੁੱਟੀਆਂ ਹੈਗੀਆਂ ਉਹਨਾਂ ਰੂਹਾਂ ਦੀ ਜਿਹੜੀ ਹੈ ਨਾ ਇਹ ਜੋ ਖਲਕਤ ਹੈਗੀ ਆ ਫਿਰ ਇਹ ਸੇਵਾ ਨਹੀਂ ਕਰਦੀ। ਭਾਵ ਕੀ ਹੈ ਕਿ ਜਿਹੜੇ ਰੂਹਾਂ ਪਰਮੇਸ਼ਰ ਨਾਲ ਜੁੜਦੀਆਂ ਹੈ ਉਹਨਾਂ ਰੂਹਾਂ ਦੀਆਂ ਜਿਹੜੀਆਂ ਸੇਵਾ ਹੈ ਉਹ ਵੱਡੇ ਵੱਡੇ ਖਤਰਨਾਕ ਜਾਨਵਰ ਜਿਹੜੇ ਆ ਹਾਥੀ ਸ਼ੇਰ ਉਹ ਵੀ ਪਹਿਰਾ ਦਿੰਦੇ ਜਿਹੜੇ ਹੈ ਨਾ ਉਹ ਆਮ ਅਸੀਂ ਦੇਖਦੇ ਹਾਂ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਨਾ ਗਾਥਾ ਪੁਰਾਤਨ ਹੈਗੀਆਂ ਅਸੀਂ ਸੁਣਦੇ ਹਾਂ ਸ਼ੇਸ਼ਨਾਗ ਦੇ ਉੱਤੇ। ਔਰ ਅਸੀਂ ਇਹ ਵੀ ਜਾਣਦੇ ਹਾਂ ਕਿ ਜਿਹੜਾ ਸ਼ੇਸ਼ਨਾਗ ਹੈ ਇਸ ਦਾ ਜਿਹੜਾ ਖਜ਼ਾਨਾ ਹੈਗਾ ਉਹ ਬੜਾ ਹੀਰੇ ਅਤੇ ਜਵਾਹਰਾਤਾਂ ਦੇ ਨਾਲ ਜਿਹੜਾ ਭਰਿਆ ਹੁੰਦਾ ਹੈ। ਇਹ ਇਹਨਾਂ ਗੁਪਤ ਖਜ਼ਾਨਿਆਂ ਦੇ ਮਾਲਕ ਜਿਹੜੇ ਪਾਏ ਜਾਂਦੇ ਆ। ਵੈਸੇ ਤਾਂ ਵਾਹਿਗੁਰੂ ਨੇ ਜਿਹੜੀ ਸ੍ਰਿਸ਼ਟੀ ਹੈ ਉਹ ਤਿੰਨਾਂ ਗੁਣਾਂ ਦੇ ਵਿੱਚ ਸਾਜੀ ਹੈ। ਸੋ ਇਹ ਜਿਹੜੇ 3 ਗੁਣ ਹੈਗੇ ਆ ਇਹ ਹੈ ਸਤੋ ਗੁਣ, ਦੂਸਰਾ ਰਜੋ, ਤੀਸਰਾ ਤਮੋ ਗੁਣ। ਸੋ ਇਹਨਾਂ 3 ਗੁਣਾਂ ਦੇ ਵਿੱਚ 3 ਤਰ੍ਹਾਂ ਦੀ ਦੁਨੀਆ ਵੀ ਪਰਮੇਸ਼ਰ ਨੇ ਬਣਾ ਰੱਖੀ ਆ। ਸੋ ਜਿਵੇਂ ਰਜੋ ਗੁਣ ਹੈ ਜੋ ਵਾਹਿਗੁਰੂ ਜੀ ਦਾ ਉਹ ਹੈ ਵਿਚਕਾਰਲਾ ਗੁਣ। ਭਾਵ ਕੀ ਆ ਉਹ ਜੀਵ ਜੰਤੂ ਜਿਹੜੇ ਇਸ ਧਰਤੀ ਦੇ ਉੱਪਰ ਜਿਹੜੇ ਉਹ ਰਹਿੰਦੇ ਆ। ਦੂਸਰਾ ਸਤੋ ਗੁਣ ਹੈ ਉਹ ਹੈ ਆਕਾਸ਼ ਦੇਵਤਿਆਂ ਦੇ ਵਿੱਚ ਪਾਇਆ ਜਾਂਦਾ। ਤੀਸਰਾ ਤਮੋ ਗੁਣੀ ਜਿਹੜੀ ਹੈ ਉਹ ਦੁਨੀਆ ਹੈ। ਇਹ ਤਮੋ ਗੁਣੀ ਦੁਨੀਆ ਜਿਹੜੀ ਹੈ ਪਤਾਲ ਦੇ ਵਿੱਚ ਪਾਈ ਜਾਂਦੀ ਹੈ। ਅਤੇ ਇਹਨਾਂ ਤਮੋ ਗੁਣੀ ਦੁਨੀਆ ਦੇ ਵਿੱਚ ਫਿਰ ਸ਼ੇਸ਼ਨਾਗ ਵੀ ਜਿਹੜਾ ਹੈ ਆ ਜਾਂਦਾ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੇ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਆ ਉਹ ਬੰਦਗੀ ਵਾਲੀਆਂ ਰੂਹਾਂ ਦੇ ਨਾਲ ਇਹਨਾਂ ਦੀ ਜਿਹੜੀ ਮਿੱਤਰਤਾ ਹੈ ਨਾ ਉਹ ਸਦਾ ਵਾਸਤੇ ਬਣ ਜਾਂਦੀ ਹੈ। ਸੋ ਇਹ ਵਾਹਿਗੁਰੂ ਦੀ ਇੱਕ ਖੇਡ ਐਸੀ ਨਿਰਾਲੀ ਹੈਗੀ ਆ ਕਿ ਇਹਨੂੰ ਸਮਝਣ ਵਾਸਤੇ ਨਾ ਬੜੀ ਬਰੀਕ ਬੁੱਧੀ ਦੀ ਲੋੜ ਪੈਂਦੀ ਆ। ਪਰ ਫਿਰ ਵੀ ਪੰਜਾਬ ਦੇ ਅੰਦਰ ਹੈ ਨਾ ਕਈ ਐਸੀਆਂ ਪੁਰਾਤਨ ਗਾਥਾਵਾਂ ਜਿਹੜੀਆਂ ਅਸੀਂ ਗਾਥਾ ਸੁਣਦੇ ਹਾਂ ਕਿ ਜਿਹਨਾਂ ਨੂੰ ਸੁਣ ਕੇ ਜਿਹੜਾ ਹੈਗਾ ਉਹ ਮਨ ਕਿਸੇ ਖਾਸ ਇਲਾਹੀ ਆਨੰਦ ਜਾਂ ਸਰੂਰ ਦੇ ਵਿੱਚ ਚਲਿਆ ਜਾਂਦਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹਨਾਂ ਗੱਲਾਂ ਬਾਰੇ ਬੜਾ ਗਿਆਨ ਪ੍ਰਾਪਤ ਹੁੰਦਾ ਹੈ ਕਿ ਸਾਡਾ ਜਿਹੜਾ ਜੋ ਪੁਰਾਤਨ ਸਮਾਂ ਸੀ ਜਾਂ ਜਿਹਦੀ ਜਾਣਕਾਰੀ ਜਿਹੜੀ ਹੈ ਪੁਰਾਤਨ ਬਜ਼ੁਰਗਾਂ ਨੂੰ ਸੀਗੀ ਕਿੰਨੀ ਉਹ ਅਮੀਰ ਸੀਗੀ ਉਹ ਜਾਣਕਾਰੀ। ਸੋ ਧਰਮ ਦੇ ਖੇਤਰ ਦੇ ਵਿੱਚ ਸਿੱਖ ਨੂੰ ਹਰੇਕ ਪਾਸੇ ਦੀ ਜਾਣਕਾਰੀ ਜਿਹੜੀ ਉਹ ਹੋਣੀ ਜ਼ਰੂਰੀ ਹੈ ਕਿਉਂਕਿ ਸਿੱਖ ਸਰਵੱਗ ਹੁੰਦੇ ਆ। ਸੋ ਜਿਹੜੇ ਵਿਅਕਤੀ ਸਰਵੱਗ ਹੁੰਦੇ ਹਨ ਉਹ ਫਿਰ ਕਦੀ ਧੋਖਾ ਨਹੀਂ ਖਾਂਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਉਹਨਾਂ ਦੀ ਪੰਮਾ ਵਾਹਿਗੁਰੂ ਨੇ ਤੁਛ ਬੁੱਧੀ ਦਿੱਤੀ ਆ। ਲੇਕਿਨ ਜੋ ਉਹਨਾਂ ਦੇ ਜਿਹੜੇ ਬਜ਼ੁਰਗ ਹੈਗੇ ਆ ਉਹ ਉਹਨਾਂ ਨੂੰ ਦੱਸ ਜਾਂਦੇ ਆ ਜਾਂ ਜੋ ਗੱਲ ਕਹਿ ਜਾਂਦੇ ਹੈ ਉਹਨਾਂ ਨੇ ਗੁਰਬਾਣੀ ਰਾਹੀਂ ਕਿਵੇਂ ਖੋਜ ਕਰਕੇ ਇਹਨਾਂ ਗੱਲਾਂ ਨੂੰ ਜਾਣਦੇ ਹੋਏ ਵੀ ਹੈ ਨਾ ਇਹ ਜਿਹੜੀ ਵਿਚਿੱਤਰ ਦੁਨੀਆ ਹੈਗੀ ਆ ਇਹਦੀ ਹਾਮੀ ਦੇ ਉੱਪਰ ਆਪਣੇ ਮਨ ਨੂੰ ਟਿਕਾਉਣਾ ਪੈਂਦਾ ਹੈ। ਕਿਉਂ ਚਾਹੇ ਅਸੀਂ ਕਿਸੇ ਨੂੰ ਜਾਣਦੇ ਹਾਂ ਜਾਂ ਨਹੀਂ ਜਾਣਦੇ ਇਹ ਗੱਲ ਵੱਖਰੀ ਹੈ। ਪਰ ਜੋ ਵੀ ਜਿਹੜੀਆਂ ਪੁਰਾਤਨ ਕਥਾਵਾਂ ਹੈਗੀਆਂ ਹਨ ਉਹਨਾਂ ਦੇ ਪਿੱਛੇ ਬਹੁਤ ਸਾਰੇ ਭੇਦ ਛੁਪੇ ਹੁੰਦੇ ਆ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੇ ਗੁਰਮੁਖ ਪਿਆਰੇ ਬੰਦਗੀ ਕਰਕੇ ਥੋੜ੍ਹੇ ਜਿਹੇ ਉੱਪਰ ਆਪਣੀ ਬੰਦਗੀ ਦੀ ਅਵਸਥਾ ਵਿੱਚ ਪਹੁੰਚ ਜਾਂਦੇ ਹਨ ਫਿਰ ਉਹਨਾਂ ਵਿਅਕਤੀਆਂ ਨੂੰ ਇਹਨਾਂ ਚੀਜ਼ਾਂ ਦੇ ਅਨੁਭਵ ਜਿਹੜੇ ਹਨ ਹੋਣੇ ਸ਼ੁਰੂ ਹੋ ਜਾਂਦੇ ਆ। ਸੋ ਕਹਿਣ ਤੋਂ ਭਾਵ ਹੈ ਕਿ ਇਹ ਸਾਰੀ ਜੋ ਖੇਡ ਹੈ ਇੱਕ ਗੁਪਤ ਦੁਨੀਆ ਦੀ ਖੇਡ ਹੈ। ਸੋ ਜਿਹੜੀ ਗੁਪਤ ਦੁਨੀਆ ਦੀ ਖੇਡ ਹੈ ਸਮਾਂ ਪਾ ਕੇ ਜਦੋਂ ਵਾਹਿਗੁਰੂ ਜੀ ਦੀ ਮਿਹਰ ਦੇ ਨਾਲ ਉਸ ਜਗਿਆਸੂ ਦੇ ਅੰਦਰ ਦਿਵ ਦ੍ਰਿਸ਼ਟੀ ਖੁੱਲ੍ਹਦੀ ਆ ਨਾ ਫਿਰ ਇਹਨਾਂ ਦੇ ਭੇਦ ਜਿਹੜੇ ਹਨ ਫਿਰ ਥੋੜ੍ਹੇ ਜਿਹੜੇ ਹਨ ਖੁੱਲ੍ਹਣ ਲੱਗ ਪੈਂਦੇ ਆ। ਫਿਰ ਉਹਨੂੰ ਪਤਾ ਲੱਗ ਜਾਂਦਾ ਹੈ
कि ये सारियां खेडां जो परमेश्वर ने बनाईयां हैं बड़ियां विचित्र वा ते इन्हां दे राज भी जिहड़े ना बड़े विचित्र है। सो इस तरह की एक गाथा जिहड़ी है दास जो पंजाब की पुरातन हैगी आ, जिहड़ी दास ने कई बारी सुनी भी आ, वो आप जी दे नाल साझा करेगा। सो कहण तो भाव ये हैगा कि इहो जे जिहड़े दुर्लभ जां अणडिठी दुनिया दीयां जो रूहां हैगियां जिहड़ियां शेषनाग करके असीं जाणदे हैं, ये इसे ही समय दे विच जिहड़ियां है मौजूद रहिंदियां है, पर दिव्य दृष्टि तो बगैर है ना ये खेड खुलती नहीं है। जिवें पुरातन योगी जिहड़े बड़े महान हुंदे सी, जिन्हां ने बड़ी योग क्रिया करके कई मंत्रां दा जाप करके सो इन्हां जिहड़े है ना शेषनाग जां सप्पां दी दुनिया उहदे बारे बड़ी वध जानकारी इकट्ठी कीती हुंदी सी ते उन्हां तो ये जिहड़े इंसान हुंदे सी लाभ भी लैंदे हुंदे सी। जिवें असीं भारत विच देखदे हां कि बहुत सारे सज्जणां ने कुछ नागां दे उत्ते ऐसियां फिल्मां भी बना रखियां है जिन्हां दे उत्ते है ना इस चीज़ का जिहड़े उन्हां ने खुलासे कीते आ कि ये एक दुनिया है, चाहे कोई मन्ने जां ना मन्ने, पर जो भी वाहिगुरू ने बनाया है ये बड़ा विचित्र हैगा। इसे करके सानू गुरबाणी ने कहा है कि माया चित्र विचित्र विमोहिया बिरला बूझे कोई, कहंदे इनू कोई बिरला ही जान सकता है। सो वो ही जान सकता है जिस नू वाहिगुरू आप जणाउंदा हैगा। जिवें कई घटनावां जिहड़ियां ना बड़ियां इतफाक दे नाल हो जांदियां, जिवें दास एक सज्जण जिहड़े जानी कि किसी सरकारी महकमे दे उत्ते जिहड़े सी वो किसी उच्चे अहुदे ते काम करदे सी। वो दास नूं दसदे सीगे कि एक वार वो किसी होटल दे विचों जदों खाना खाण लगे ते उन्हां ने अपने जिहड़ा सामणे बैठे जद इंसान नूं तकिया ते उहनूं कहंदे असीं तकदे सारे जिहड़े सीगे बड़े हैरान होए, पर कहंदे क्योंकि वो जिहड़े सज्जण सीगे वो महापुरखां की काफ़ी संगत करते हुंदे सी, जिन्हां विचों संत बाबा ईशर सिंह जी राड़े वाले महापुरख जिहड़े सी उन्हां दे खास करीबी सीगे, जां होर भी जिहड़े ना महापुरख सीगे उन्हां दी संगत अक्सर जिहड़े सी वो करदे हुंदे सी ते आप भी भजन बंदगी दे विच उपलियां अवस्था 'च खेडदे सी। सो उन्होंने दस्सिया सीगा कि जदों वो मेज़ दे उपर जद खाना खाण लगे सामने जिहड़ा सज्जण सीगा है ना जो बैठा होया सी खाने दे इंतजार दे विच, वो कुर्सी ते नीवी पा के बैठा होया सी, पर कहंदे जो ही उन्हें अपना जिहड़ा मुखड़ा सी कहंदे अपना मूँह चेहरा कहंदे साडे वल करके तकिया सानूं, कहंदे असीं जे उहनूं देख के ना बड़े दंग ते हैरान हो गए, अंदरों कंब भी गए, क्योंकि वो सज्जण जिहड़े सी वो वैसे तां इंसान ही सीगे पर उन्हां दीयां जिहड़ियां अखां सीगियां ना कहंदे वो गोल सीगियां। कहंदे असीं देख के बड़े हैरान होए ते पर कहंदे वो सज्जणा ने जदों सानूं देख लिया ते कहंदे असीं भी समझ गए कि ये कोई आम इंसान नहीं है, पर फिर साडे मन दे विच क्योंकि महापुरखां दी संगत कीती सी सानूं गल बुझण दे विच देर नहीं लगी कि ये आम इंसान नहीं है, ये जिहड़ा कोई शेषनाग है जिहड़ा इंसान का रूप धार के इस होटल दे विच इस ढाबे दे उपर जिहड़ा है वो खाना खाण आया है। पर कहंदे भी उन्हें भी प्रतीत कर लिया कि इस सरदार ने जिहड़ी है मेरे इस रूप नूं पछाण लिया है। फिर वो सज्जण कहंदे ही पल झलकदे ही उस दबा छट कहंदे कुर्सी तो उठ के बाहर निकल गए। सो कहण तो भाव ये आ कि इंसान के अंदर ना बहुत सारे कई बार ऐसे इतफाक बन जाते आ, अचनचेत कोई ऐसी घटना वापरती है कि जिस टाइम इंसान उस टाइम कुछ समझ नहीं लगती, पर जदों समा थोड़ा बीत जाता है ना उस घटना तो बाद फिर इंसान सोचता है कि इस तरह किवें हो गया है, तो वो अंदर फिर कई तरह के सवाल जिहड़े ना खड़े हो जाते हैं। सो कहण तो भाव ये हैगा कि ये जो गुरबाणी ने भी जिहड़ा है वो दस्सिया हैगा कि इन्हां दी जिहड़ी होंद हैगी आ इत्थे सदा ही रहिंदी आ, पर क्योंकि ये गुप्त शक्तियां हैगियां प्रगट ते गुप्त होण दी शक्ति भी रखदियां हैगियां। सो कहण तो भाव ये हैगा कि ये एक जिहड़े अजीब किस्से जिहड़े पुरातन हैगे आ वो भी जिहड़े है ना कई बार सानू पुराने बजुर्गों तो सुणन नूं मिलदे है जो इन्हां दी होंद नूं जिहड़े यह दर्शाउंदे है। जिवें एक गाथा जो पंजाब दी जो पुरातन है दास आप सारियां संगतां नाल साझा करदा है कि एक बार एक जोगी ने जिहड़ी सी वो बड़े मंत्र सिद्ध कीते सीगे ते ये मंत्र जिहड़े सी सप्पां दी दुनिया दे नाल संबंधित सीगे। जिवें अज भी असीं जिहड़े है दास जाणदे आ, वैसे भी सानू जो शास्त्रां विच इह चीज़ दा इल्म मिलदा है कि जिस नूं है ना सप्प ने डंगिया होवे अगर उहनूं जहर चढ़ जावे तो जिसने गड़ड़ का जिहड़ा मंत्र हैगा वो सिद्ध कीता हुंदा है, अगर वो गड़ड़ दे मंत्र दे नाल जिहड़ी है ओहदी
ਇਨਸਾਨ ਦੀ ਜਿਹਨੂੰ ਸੱਪ ਨੇ ਡਸਿਆ ਹੁੰਦਾ ਉਹਦੀ ਜ਼ਹਿਰ ਨੂੰ ਉਤਾਰ ਰੱਖਣ ਦੀ ਜਿਹੜੀ ਉਹ ਸਮਰੱਥਾ ਰੱਖਦਾ ਹੈ। ਸੋ ਕਹਿਣ ਤੋਂ ਭਾਵ ਇਹ ਕਿ ਇਹ ਵੀ ਬੜਾ ਅਜੀਬ ਹੈ ਕਿ ਕਿਵੇਂ ਗਰੜ ਮੰਤਰ ਦੇ ਨਾਲ ਉਹ ਸੱਪ ਦੀ ਜ਼ਹਿਰ ਜਿਹੜੀ ਹੈ ਬਿਨਾਂ ਇਲਾਜ ਤੋਂ, ਬਿਨਾਂ ਕਿਸੇ ਜਤਨ ਤੋਂ ਜਿਹੜੀ ਹੈ ਉਹ ਸਹਿਜ ਦੇ ਵਿੱਚ ਉਤਰ ਜਾਂਦੀ ਹੈ। ਭਾਵ ਕੀ ਹੈ ਕਿ ਇਹ ਜਿਹੜੀ ਹੈ ਨਾ, ਇਹ ਜੋ ਰਹੱਸ ਹੁੰਦੇ ਆ ਗੁਪਤ ਦੁਨੀਆ ਦੇ ਅੰਦਰ, ਇਹ ਬਹੁਤ ਬਰੀਕ ਹੁੰਦੇ ਆ। ਇਸ ਕਰਕੇ ਇਹਨਾਂ ਨੂੰ ਸਮਝਣ ਵਾਸਤੇ ਲਗਾਤਾਰ ਬੰਦਗੀ ਅਤੇ ਬੜੇ ਠਰੰਮੇ ਦੀ ਲੋੜ ਹੁੰਦੀ ਹੈ। ਯਕਦਮ ਕਿਸੇ ਗੱਲ ਦੇ ਉੱਤੇ ਯਕਦਮ ਫੈਸਲਾ ਕਰ ਦੇਣਾ ਜਾਂ ਯਕਦਮ ਕਿਸੇ ਗੱਲ ਨੂੰ ਕਾਹਲੀ ਦੇ ਵਿੱਚ ਬੋਲ ਦੇਣਾ ਜਿਹੜਾ ਹੈ ਨਾ, ਇਹ ਇਨਸਾਨ ਦੀ ਜਿਹੜੀ ਹੈਗੀ ਹੈ ਇਹ ਕਮਜ਼ੋਰੀ ਹੁੰਦੀ ਹੈ। ਅਸਲ ਦੇ ਵਿੱਚ ਬੜੇ ਸਬਰ ਅਤੇ ਸੰਤੋਖ ਦੀਆਂ ਇਹ ਖੇਡਾਂ ਹੁੰਦੀਆਂ ਹਨ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਕਿਹਾ ਕਿ ਸਤਿਗੁਰ ਤਾਂ ਪਾਇਆ ਸਹਿਜ ਸਿੱਧੀ। ਅਗਰ ਵਾਹਿਗੁਰੂ ਨੇ ਸਹਿਜ ਨਾ, ਸਬਰ ਨਾ, ਸੰਤੋਖ ਨਾ ਪਾਇਆ ਹੈ ਤਾਂ ਉਹਦਾ ਗਿਆਨ ਵੀ ਸਹਿਜ, ਸਬਰ ਅਤੇ ਸੰਤੋਖ ਦੇ ਨਾਲ ਹੀ ਪ੍ਰਾਪਤ ਹੋ ਜਾਂਦਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹ ਜਿਹੜੀਆਂ ਜੋ ਗਾਥਾ ਪੁਰਾਤਨ ਹੁੰਦੀਆਂ ਹੈ ਇਹਦੇ ਵਿੱਚ ਬੜੇ ਰਾਜ ਛਿਪੇ ਹੁੰਦੇ ਆ। ਸੋ ਜਿਵੇਂ ਉਹ ਜਿਹੜੇ ਯੋਗੀ ਸੀ ਉਹਨਾਂ ਨੇ ਬੜੇ ਸਿੱਧ ਮੰਤਰ ਕੀਤੇ ਹੁੰਦੇ ਸੀ। ਉਹਨਾਂ ਸਿੱਧ ਮੰਤਰਾਂ ਦੀ ਬਦੌਲਤ ਜਿਹੜੀ ਸੀ ਉਹ ਵੀ ਕਿਸੇ ਸ਼ੇਸ਼ਨਾਗ ਦੀ ਭਾਲ ਦੇ ਵਿੱਚ ਭਟਕਦੇ ਹੁੰਦੇ ਸੀ ਜਾਂ ਬੀਨ ਵਜਾਉਂਦੇ ਹੁੰਦੇ ਸੀ, ਦੇਖਦੇ ਹੁੰਦੇ ਸੀ ਕੋਈ ਐਸਾ ਸਥਾਨ ਹੋਵੇ ਜਿੱਥੇ ਸ਼ੇਸ਼ਨਾਗ ਦਾ ਜੋੜਾ ਜਿਹੜਾ ਹੈ ਉਹਨਾਂ ਨੂੰ ਮਿਲ ਜਾਵੇ ਜਾਂ ਪ੍ਰਾਪਤ ਹੋ ਜਾਵੇ। ਇੱਕ ਜਗ੍ਹਾ ਉਹਨਾਂ ਨੇ ਦੱਸਦੇ ਆ ਕਿ ਬੀਨ ਵਜਾਈ ਤੇ ਕਹਿੰਦੇ ਉਹਨਾਂ ਮੰਤਰਾਂ ਦੇ ਵਿੱਚ, ਬੀਨ ਦੇ ਵਿੱਚ ਉਸ ਜੋਗੀ ਨੂੰ ਇਹ ਅਨੁਭਵ ਹੋ ਗਿਆ ਸੀਗਾ ਕਿ ਇਸ ਇਲਾਕੇ ਦੇ ਵਿੱਚ ਸ਼ੇਸ਼ਨਾਗ ਦਾ ਇੱਕ ਜੋੜਾ ਜਿਹੜਾ ਹੈ ਉਹ ਰਹਿੰਦਾ ਹੈਗਾ। ਸੋ ਕਹਿੰਦੇ ਜਦੋਂ ਉਹਨੇ ਬੀਨ ਵਜਾਈ ਤਾਂ ਉਹ ਜਿਹੜਾ ਟਿਕਾਣਾ ਸੀਗਾ ਜਿੱਥੇ ਉਹ ਰਹਿੰਦੇ ਸੀਗੇ ਉਹ ਵੀ ਉਹਨੇ ਜਿਹੜਾ ਜੋਗੀ ਨੇ ਉਹ ਬੁੱਝ ਲਿਆ ਸੀਗਾ। ਫਿਰ ਕਹਿੰਦੇ ਦੇਖੋ ਉਹਨੇ ਇੱਕ ਜੁਗਤ ਲਾਈ, ਕਿਉਂਕਿ ਉਹਨੂੰ ਪਤਾ ਹੈ ਕਿ ਇਹ ਜਿਹੜੀਆਂ ਸ਼ੇਸ਼ਨਾਗ ਦੀਆਂ ਸ਼ਕਤੀਆਂ ਹੈਗੀਆਂ ਇਹ ਬਹੁਤ ਜ਼ਿਆਦਾ ਜਿਹੜੀਆਂ ਹੈ ਉਹ ਪਾਵਰਫੁੱਲ ਹੁੰਦੀਆਂ ਹੈ। ਸੋ ਉਸ ਨੇ ਫਿਰ ਉਸ ਸ਼ੇਸ਼ਨਾਗ ਨੂੰ ਪਕੜਨ ਵਾਸਤੇ ਮਿੱਟੀ ਦੇ ਜਿਹੜੇ ਹੈ ਨਾ 7 ਘੜੇ ਸੀਗੇ ਜਾਂ 7 ਤੋਂ ਵੱਧ ਲਾ ਲਓ, ਜਿੱਥੇ ਉਹ ਜਗ੍ਹਾ ਖੁੱਡ ਦੇ ਵਿੱਚ ਉਹ ਰਹਿੰਦਾ ਸੀਗਾ ਉਹਦੇ ਸਾਹਮਣੇ ਟਿਕਾ ਦਿੱਤੇ ਅਤੇ ਆਪਣੇ ਜਿਹੜੀ ਬੀਨ ਸੀ, ਬੀਨ ਦੇ ਰਾਹੀਂ ਉਹਨੇ ਆਪਣੇ ਮੰਤਰਾਂ ਦਾ ਉਚਾਰਨ ਸ਼ੁਰੂ ਕੀਤਾ। ਜਿਉਂ ਜਿਹੜਾ ਯੋਗੀ ਬੀਨ ਵਜਾਉਂਦਾ ਸੀ ਜਾਂ ਮੰਤਰਾਂ ਦੇ ਨਾਲ ਉਚਾਰਨ ਸ਼ੁਰੂ ਕਰਦਾ ਸੀਗਾ, ਉਹ ਮੰਤਰਾਂ ਦਾ ਜਿਹੜਾ ਅਸਰ ਸੀਗਾ ਹੈ ਨਾ ਉਹ ਸ਼ੇਸ਼ਨਾਗ ਅਤੇ ਜਿਹੜੀ ਉਹਦੀ ਸ਼ੇਸ਼ਨਾਗਣੀ ਸੀ, ਜਿਹੜਾ ਜੋੜਾ ਸੀਗਾ ਉਹਦੇ ਉੱਤੇ ਜਦ ਪੈਣਾ ਸ਼ੁਰੂ ਹੋ ਗਿਆ, ਫਿਰ ਉਹ ਜਿਹੜਾ ਸ਼ੇਸ਼ਨਾਗ ਸੀਗਾ ਹੈ ਨਾ, ਪਤਾ ਉਹਨੂੰ ਵੀ ਲੱਗ ਗਿਆ ਕਿ ਮੈਂ ਜਿਹੜਾ ਹੈਗਾ ਕਿਸੇ ਜੋਗੀ ਦੀ ਲਪੇਟ ਦੇ ਵਿੱਚ ਆ ਗਿਆ ਹਾਂ। ਸੋ ਮੰਤਰ ਸਿੱਧਾਂ ਦੀ ਜਿਹੜੀ ਸ਼ਕਤੀ ਸੀ ਉਸ ਜੋਗੀ ਦੀ ਬੀਨ ਦੇ ਅੰਦਰ, ਉਹਨੇ ਐਸੀ ਜਾਰੀ ਜਿਹੜੀ ਕਰਾਮਾਤ ਕੀਤੀ ਸੀ ਕਿ ਉਹ ਜਿਹੜਾ ਸ਼ੇਸ਼ਨਾਗ ਸੀਗਾ ਨਾ ਫਿਰ ਉਹ ਆਪਣੀ ਖੁੱਡ ਦੇ ਵਿੱਚੋਂ ਬਾਹਰ ਆਇਆ ਸੀ। ਜਦ ਆਇਆ ਸੀ ਤਾਂ ਉਹ ਬੜਾ ਗੁੱਸੇ ਅਤੇ ਕ੍ਰੋਧ ਦੇ ਵਿੱਚ ਸੀਗਾ, ਕਿਉਂਕਿ ਇਹ ਜਿਹੜੇ ਨਾਗ ਹੁੰਦੇ ਤਮੋਗੁਣੀ ਦੁਨੀਆ ਦੇ ਜਿਹੜੇ ਜੀਵ ਜੰਤੂ ਹੁੰਦੇ ਆ। ਸੋ ਉਸ ਨਾਗ ਨੇ ਆਉਂਦੇ ਹੀ ਹੈ ਨਾ ਬੜੇ ਜ਼ੋਰ ਦੇ ਦੇਣੀ ਫਰਾਟਾ ਮਾਰਿਆ। ਜਦ ਫਰਾਟਾ ਮਾਰਿਆ ਤਾਂ ਉਹ ਜਿਹੜੇ ਮਿੱਟੀ ਦੇ ਘੜੇ ਉਹਦੇ ਸਾਹਮਣੇ ਰੱਖੇ ਸੀ, ਉਹ ਜਦ ਫਰਾਟੇ ਦੇ ਨਾਲ ਸਾਰੇ ਜਿਹੜੇ ਸੀਗੇ ਉਹ ਇੱਕਦਮ ਹੀ ਲਾਲ ਹੋ ਗਏ। ਭਾਵ ਕਿ ਇੰਨਾ ਜ਼ਹਿਰੀਲਾ ਫਰਾਟਾ ਸੀਗਾ, ਉਹਦੇ ਵਿੱਚ ਇੰਨੀ ਗਰਮੈਸ਼ ਸੀਗੀ। ਜਦ ਘੜੇ ਲਾਲ ਹੋ ਗਏ ਤਾਂ ਉਹ ਜੋਗੀ ਜਿਹੜਾ ਸੀਗਾ ਉਹ ਲੋਕ ਇਸ ਚੀਜ਼ ਨੂੰ ਦੇਖਦਾ ਸੀਗਾ। ਉਸ ਤੋਂ ਬਾਅਦ ਉਹ ਸ਼ੇਸ਼ਨਾਗ ਨੇ ਆਲਾ ਦੁਆਲਾ ਦੇਖਿਆ, ਕੋਈ ਚੀਜ਼ ਉਹਨੂੰ ਨਜ਼ਰ ਨਹੀਂ ਆਈ। ਫਿਰ ਉਹ ਆਪਣੀ ਖੁੱਡ ਦੇ ਵਿੱਚ ਚਲੇ ਗਿਆ। ਫਿਰ ਉਹ ਜੋਗੀ ਨੇ ਜਿਹੜੇ ਸੀ ਉਹ ਸਮਾਂ ਪਾ ਕੇ ਫਿਰ ਘੜੇ ਚੱਕੇ, ਫਿਰ ਘੜੇ ਚੱਕ ਕੇ ਹੋਰ ਉਹਦੇ ਸਾਹਮਣੇ ਫਿਰ ਕੱਚੇ ਘੜੇ ਰੱਖੇ। ਕੱਚੇ ਘੜੇ ਰੱਖ ਕੇ ਦੁਬਾਰਾ ਫਿਰ ਉਸ ਜੋਗੀ ਨੇ ਵੀਣ ਵਜਾਉਣੀ ਸ਼ੁਰੂ ਕੀਤੀ। ਜਦ ਮੰਤਰਾਂ ਦੇ ਨਾਲ ਵੀਣ ਵਜਾਈ, ਫਿਰ ਵੀਣ ਦਾ ਅਸਰ ਫਿਰ ਉਹ ਸ਼ੇਸ਼ਨਾਗ 'ਤੇ ਹੋਇਆ। ਫਿਰ ਉਹ ਮੰਤਰਾਂ ਦੀ ਖਿੱਚ ਦੇ ਨਾਲ ਬਾਹਰ ਆਇਆ। ਫਿਰ ਉਹਨੇ ਦੂਜੀ ਵਾਰੀ ਜਦ ਫਿਰ ਫਰਾਟਾ ਮਾਰਿਆ, ਫਿਰ ਉਹ ਜਿਹੜੇ ਕੱਚੇ ਘੜੇ ਸੀ ਦੁਬਾਰਾ ਫਿਰ ਲਾਲ ਹੋਏ। ਫਿਰ ਉਹ ਸ਼ੇਸ਼ਨਾਗ ਜਿਹੜਾ ਸੀਗਾ ਉਹ ਅੰਦਰ ਖੁੱਡ 'ਤੇ ਚਲਾ ਗਿਆ। ਫਿਰ ਉਸ ਜੋਗੀ ਨੇ ਉਹ ਘੜੇ ਚੱਕ ਕੇ ਫਿਰ ਕੱਚੇ ਰੱਖੇ। ਭਾਵ ਕੀ ਆ ਕਿ ਇਹ ਜਿਹੜੇ ਕੱਚੇ ਘੜੇ ਉਹ ਰੱਖਦਾ ਸੀ ਜਾਂ ਸ਼ੇਸ਼ਨਾਗ ਫਰਾਟਾ ਮਾਰਦਾ ਸੀਗਾ ਉਹ, ਅਤੇ ਉਸ ਫਰਾਟੇ ਦੇ ਨਾਲ ਘੜੇ ਲਾਲ ਹੋ ਜਾਂਦੇ ਸੀਗੇ। ਅਤੇ ਉਹ ਜੋਗੀ ਇਸ ਕਰਕੇ ਜਾਣੀ ਕਿ ਇਸ ਖੇਡ ਨੂੰ ਤਦ ਤੱਕ ਕਰਦਾ ਰਿਹਾ ਜਦ ਤੱਕ ਜਿਹੜਾ ਉਹਦੇ ਫਰਾਟੇ ਦਾ ਅਸਰ ਘੱਟ ਨਹੀਂ ਹੋਇਆ। ਅਖੀਰ ਜਦੋਂ ਉਹਨੇ ਫਿਰ ਕੱਚੇ ਘੜੇ ਰੱਖੇ, ਜਦ ਸ਼ੇਸ਼ਨਾਗ ਬਾਹਰ ਆਇਆ, ਫਿਰ ਉਹਨੇ ਫਰਾਟਾ ਮਾਰਿਆ ਤਾਂ ਫਿਰ ਉਹ ਜਿਹੜੇ ਕੱਚੇ ਘੜੇ ਸੀ ਨਾ ਫਿਰ ਲਾਲ ਨਹੀਂ ਹੋਏ, ਫਿਰ ਉਹ ਕੱਚੇ ਘੜੇ ਕੱਚੇ ਹੀ ਰਹਿ ਗਏ। ਜਿਸ ਤੋਂ ਫਿਰ ਜੋਗੀ ਨੇ ਜਿਹੜਾ ਇਹ ਅਨੁਭਵ ਕਰ ਲਿਆ ਕਿ ਇਹਦੇ ਅੰਦਰ ਜਿਹੜੀ ਜ਼ਹਿਰੀਲਾ ਜਾਂ ਜੋ ਗੈਸ ਸੀਗੀ ਜਾਂ ਇਸ ਸ਼ੇਸ਼ਨਾਗ ਦੀ ਸ਼ਕਤੀ ਸੀਗੀ ਇਹ ਹੁਣ ਖਤਮ ਹੋ ਗਈ ਹੈ। ਫਿਰ ਉਸ ਨੇ ਉਸੇ ਟਾਈਮ ਆਪਣੇ ਜਿਹੜੇ ਦੂਸਰੇ ਮੰਤਰ ਸੀਗੇ ਜਿਹਨਾਂ ਨੂੰ ਅਸੀਂ ਮੋਹਣੀ ਮੰਤਰ ਜਾਂ ਕੁਛ ਵੀ ਕਰਕੇ ਆਖ ਦਿੰਦੇ ਹਾਂ, ਜਦ ਉਹ ਬੀਨ ਦੇ ਵਿੱਚ ਜਿਹੜੇ ਸੀ ਉਹਨੇ ਉਹ ਸੁਰਾਂ ਦੇ ਵਿੱਚ ਕੱਢੇ ਸੀ
ਤਾਂ ਫਿਰ ਉਹ ਸ਼ੇਸ਼ਨਾਗ ਨੂੰ ਜੋਗੀ ਨੇ ਫਿਰ ਆਪਣੇ ਕੈਦ ਕਰਕੇ ਪਟਾਰੀ ਦੇ ਵਿੱਚ ਬੰਦ ਕਰ ਲਿਆ। ਜਦ ਉਸ ਨੇ ਆਪਣੇ ਪਟਾਰੀ ਦੇ ਵਿੱਚ ਬੰਦ ਕੀਤਾ, ਬੰਦ ਕਰਕੇ ਤਾਂ ਫਿਰ ਉਹ ਉਸ ਨਾਗ ਨੂੰ ਲੈ ਕੇ ਆਪਣੇ ਇਲਾਕੇ ਵੱਲ ਨੂੰ ਤੁਰ ਪਿਆ। ਜਦ ਉਹ ਪਟਾਰੀ ਲੈ ਕੇ ਵਹਿੰਗੀ ਲੈ ਕੇ ਆਪਣੇ ਘਰ ਨੂੰ ਜਾਣ ਲੱਗਾ ਤੇ ਰਸਤੇ ਦੇ ਵਿੱਚ ਉਹਨੇ ਇੱਕ ਵੱਡੀ ਕੀਲ ਜਿਹੜੀ ਸੀ ਉਹ ਕੱਢ ਦਿੱਤੀ। ਉਹ ਕੀਲ ਦਾ ਭਾਵ ਇਹ ਸੀਗਾ ਕਿ ਇਹਦਾ ਜਿਹੜਾ ਜੋੜਾ ਹੈ ਇਹ ਸ਼ੇਸ਼ਨਾਗ ਨੂੰ ਛਡਾਉਣ ਲਈ ਪਿੱਛੇ ਨਾ ਆਵੇ। ਸੋ ਇਸ ਕਰਕੇ ਉਹਨੇ ਇਹ ਜਿਹੜੀ ਕੀਲ ਸੀਗੀ ਜੋ ਇਸ ਰੋਕ ਸੀਗੀ ਕੀਲ ਦੇ ਥਰੂ ਉਹਨੇ ਇਹ ਜਿਹੜੀ ਸੀ ਸਾਰੀ ਜੋਗੀ ਨੇ ਲਾਤੀ ਆਪਣੇ ਮੰਤਰਾਂ ਦੇ ਨਾਲ। ਫਿਰ ਉਹ ਜੋਗੀ ਆਪਣੇ ਘਰ ਚਲੇ ਗਿਆ। ਜਦ ਘਰ ਚਲੇ ਗਿਆ ਤੇ ਸ਼ੇਸ਼ਨਾਗ ਕਿਉਂਕਿ ਹੁਣ ਉਹਦੇ ਮੰਤਰਾਂ ਦੇ ਨਾਲ ਕੈਦ ਹੋਇਆ ਹੈਗਾ ਤੇ ਉਹ ਹੁਣ ਜਿਹੜਾ ਹੈਗਾ ਉਹ ਕਦੀ ਉਹਨੂੰ ਕੋਈ ਛਡਾ ਨਹੀਂ ਸਕਦਾ। ਪਰ ਇੱਧਰੋਂ ਉਹਦੀ ਜਿਹੜੀ ਜੋੜੀਦਾਰ ਸ਼ੇਸ਼ਨਾਗਣੀ ਸੀਗੀ ਉਹ ਫਿਰ ਦੱਸਦੇ ਆ ਕਿ ਫਿਰ ਉਹ ਇਸਤਰੀ ਦਾ ਸੁੰਦਰ ਰੂਪ ਬਣਾ ਕੇ ਬਾਹਰ ਜਦ ਖੁੱਡ ਤੋਂ ਆਉਂਦੀ ਹੁੰਦੀ ਸੀ ਤਾਂ ਫਿਰ ਉਹ ਰੋਂਦੀ ਸੀ ਕਿ ਆਪਣੇ ਪਤੀ ਦੇ ਵਿਛੋੜੇ ਦੇ ਵਿੱਚ। ਦੱਸਦੇ ਆ ਜਦ ਰੋਂਦੀ ਹੁੰਦੀ ਸੀ ਤਾਂ ਸਮਾਂ ਕੁਛ ਇਸ ਤਰ੍ਹਾਂ ਦਾ ਆਇਆ ਕਿ ਇੱਕ ਚਰਵਾਹਾ ਜਿਹਨੂੰ ਉਹਨਾਂ ਟਾਈਮਾਂ ਦੇ ਵਿੱਚ ਗੁੱਜਰ ਆਖਦੇ ਸੀਗੇ, ਉਹਨੇ ਫਿਰ ਦੇਖਿਆ ਕਿ ਇਸ ਉਜਾੜ ਦੇ ਵਿੱਚ ਇੱਕ ਇਸਤਰੀ ਦੇ ਰੋਣ ਦੀ ਆਵਾਜ਼ ਆਉਂਦੀ ਆ। ਪਰ ਜਦੋਂ ਉਹਨੇ ਬੜਾ ਜਿਗਰਾ ਕਰਕੇ ਜਿਹੜਾ ਸੀਗਾ ਉਸ ਰੋਣ ਦੀ ਆਵਾਜ਼ ਤੱਕ ਇਸਤਰੀ ਤੱਕ ਪਹੁੰਚ ਕੀਤੀ ਤਾਂ ਫਿਰ ਉਸ ਇਸਤਰੀ ਨੇ ਦੱਸਿਆ ਸੀਗਾ ਕਿ ਮੈਂ ਤੈਨੂੰ ਆਪਣੇ ਰੋਣ ਦੀ ਕਹਾਣੀ ਤਾਂ ਦੱਸੂਗੀ ਅਗਰ ਤੂੰ ਮੇਰੇ ਤੋਂ ਡਰੂਗਾ ਨਹੀਂ। ਫਿਰ ਉਸ ਜੋ ਗੁੱਜਰ ਸੀਗਾ ਉਹਨੇ ਕਿਹਾ ਕਿ ਮੈਨੂੰ ਤੇ ਤੂੰ ਕਾਹਦਾ ਡਰ ਹੈ, ਤੂੰ ਇੱਕ ਔਰਤ ਹੈਗਾ ਤੇ ਮੈਂ ਇੱਕ ਮਰਦ ਹੈਗਾ ਤੇ ਮਰਦ ਔਰਤ ਤੋਂ ਕਿਵੇਂ ਡਰ ਸਕਦਾ ਹੈ। ਪਰ ਫਿਰ ਉਸ ਔਰਤ ਨੇ ਆਖਿਆ ਸੀਗਾ ਕਿ ਤੂੰ ਮੈਨੂੰ ਜੋ ਔਰਤ ਸਮਝਦਾ ਮੈਂ ਉਹ ਨਹੀਂ ਹਾਂ, ਅਸਲ ਦੇ ਵਿੱਚ ਮੈਂ ਨਾਗਣੀ ਹਾਂ, ਸ਼ੇਸ਼ਨਾਗ ਦੇ ਘਰ ਵਾਲੀ। ਤੇ ਜਿਹੜਾ ਮੇਰਾ ਪਤੀ ਹੈ ਉਹ ਜੋਗੀ ਨੇ ਕੈਦ ਕਰਕੇ ਆਪਣੇ ਘਰ ਦੇ ਵਿੱਚ ਬੰਦ ਕਰ ਲਿਆ ਹੈ ਤੇ ਮੈਂ ਉਹਦੇ ਵਿਜੋਗ ਦੇ ਵਿੱਚ ਰੋਂਦੀ ਹਾਂ। ਜਦ ਇਹ ਸਾਰੀ ਗੱਲਬਾਤ ਜਿਹੜੀ ਸੀਗੀ ਉਹ ਸ਼ੇਸ਼ਨਾਗਨੀ ਨੇ ਉਸ ਵਿਅਕਤੀ ਦੇ ਨਾਲ ਗੁੱਜਰ ਦੇ ਨਾਲ ਕੀਤੀ ਤਾਂ ਫਿਰ ਉਹ ਜਿਹੜਾ ਸੀਗਾ ਉਹ ਗੁੱਜਰ ਉਹਨੂੰ ਉਸ ਦੇ ਵਿਛੋੜੇ ਦਾ ਜਿਹੜਾ ਸੀਗਾ ਬੜਾ ਦੁੱਖ ਹੋਇਆ। ਫਿਰ ਉਹ ਸ਼ੇਸ਼ਨਾਗ ਨੇ ਕਿਹਾ ਕਿ ਅਗਰ ਤੂੰ ਮੇਰੀ ਮਦਦ ਕਰੇ ਜਾਂ ਮੇਰੇ ਪਤੀ ਨੂੰ ਉਸ ਜੋਗੀ ਦੀ ਕੈਦ ਤੋਂ ਛੁਡਾ ਕੇ ਲੈ ਆਵੇਂ ਤਾਂ ਤੂੰ ਜੋ ਵੀ ਮੂੰਹੋਂ ਮੰਗੇਗਾ ਮੈਂ ਤੈਨੂੰ ਮੇਰੀ ਆਪਣੀ ਸਮਰੱਥਾ ਦੇ ਅਨੁਸਾਰ ਤੈਨੂੰ ਸਭ ਕੁਝ ਦੇਣ ਨੂੰ ਤਿਆਰ ਹੋ ਜਾਵਾਂਗੀ। ਸੋ ਜਦ ਇਹ ਗੱਲਬਾਤ ਜਿਹੜੀ ਸੀ ਉਹ ਸ਼ੇਸ਼ਨਾਗਣੀ ਤੇ ਉਸ ਗੁੱਜਰ ਦੇ ਵਿਚਕਾਰ ਹੋਈ ਸੀ। ਫਿਰ ਉਹ ਦੱਸਦੇ ਆ ਕਿ ਗੁੱਜਰ ਨੇ ਸ਼ੇਸ਼ਨਾਗਣੀ ਦੇ ਨਾਲ ਜਿਹੜਾ ਸੀ ਉਹ ਵਾਅਦਾ ਕਰ ਲਿਆ ਸੀਗਾ ਕਿ ਮੈਂ ਤੇਰੇ ਪਤੀ ਨੂੰ ਜਦ ਤੱਕ ਮੇਰੇ ਅੰਦਰ ਸਵਾਸ ਆ ਮੈਨੂੰ ਜ਼ਰੂਰ ਉਸ ਦੀ ਕੈਦ 'ਚੋਂ ਛੁਡਾ ਕੇ ਲੈ ਕੇ ਆਊਂਗਾ। ਫਿਰ ਉਹ ਦੱਸਦੇ ਆ ਕਿ ਉਹ ਜਿਹੜਾ ਗੁੱਜਰ ਸੀਗਾ ਫਿਰ ਉਹ ਜਿਹੜਾ ਸੀ ਉਹ ਨੌਕਰ ਬਣ ਕੇ ਉਸ ਜੋਗੀ ਦੇ ਘਰ ਚਲੇ ਗਿਆ। ਘਰ ਜਾ ਕੇ ਉਸ ਜੋਗੀ ਦੀ ਉਹਨੇ ਕਈ ਸਾਲ ਜਿਹੜੀ ਸੀ ਪਰਿਵਾਰ ਦੀ ਸੇਵਾ ਕੀਤੀ। ਸੇਵਾ ਕਰਕੇ ਉਸ ਜੋਗੀ ਦਾ ਪਰਿਵਾਰ ਦਾ ਸਾਰਾ ਦਿਲ ਜਿਹੜਾ ਸੀ ਜਿੱਤਿਆ ਸੀਗਾ। ਪਰ ਜਿਹੜਾ ਸ਼ੇਸ਼ਨਾਗ ਉਹਨੇ ਪਟਾਰੀ 'ਚ ਬੰਦ ਕਰਕੇ ਘਰ ਰੱਖਿਆ ਹੁੰਦਾ ਸੀ ਉਸ ਨੂੰ ਵੀ ਜਿਹੜੀ ਸੀ ਉਹ ਖਬਰ ਲੱਗ ਗਈ ਸੀ ਕਿ ਕੋਈ ਐਸਾ ਜਿਹੜਾ ਆਦਮੀ ਜਾਂ ਇਨਸਾਨ ਹੈਗਾ ਜਿਹੜਾ ਮੈਨੂੰ ਛਡਾਉਣ ਵਾਸਤੇ ਇਸ ਘਰ ਦੇ ਵਿੱਚ ਪਹੁੰਚ ਗਿਆ ਹੈਗਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਇਹ ਜਿਹੜੀ ਗੱਲਬਾਤ ਸੀਗੀ ਉਹ ਗੁੱਜਰ ਦੀ ਤੇ ਜਾਂ ਉਸ ਨਾਗ ਦੀ ਜਾਂ ਉਸ ਨਾਗਣੀ ਦੀ ਇਹ ਵੀ ਇੱਕ ਕਹਿਣੋ ਜਿਵੇਂ ਕਹ ਲਓ ਕਿ ਇੱਕ ਪ੍ਰੇਮ ਦੀ ਬੋਲੀ ਦੇ ਨਾਲ ਇੱਕ ਦੂਜੇ ਤੱਕ ਜਿਹੜੀ ਸੀ ਆਸਾਨੀ ਨਾਲ ਪਹੁੰਚ ਜਾਂਦੀ ਸੀ। ਸੋ ਕਹਿਣ ਤੋਂ ਭਾਵ ਇਹ ਹੈ ਕਿ ਬਹੁਤ ਸਾਰੇ ਰਹੱਸ ਜਿਹੜੇ ਕੁਛ ਐਸੇ ਹੁੰਦੇ ਆ ਕਿ ਜਿਨ੍ਹਾਂ ਨੂੰ ਜਾਣਨ ਵਾਸਤੇ ਬਹੁਤ ਬਰੀਕ ਬੁੱਧੀ ਦੀ ਲੋੜ ਪੈਂਦੀ ਹੈ। ਸੋ ਉਹ ਜਿਹੜਾ ਜੋਗੀ ਸੀਗਾ ਉਹਨੇ ਵੀ ਜਦ ਦੇਖਿਆ ਕਿ ਇਹ ਜਿਹੜਾ ਇਨਸਾਨ ਜਿਹੜਾ ਮੇਰਾ ਨੌਕਰ ਹੈਗਾ ਮੇਰਾ ਚੰਗਾ ਵਫਾਦਾਰ ਹੈਗਾ, ਸੋ ਉਸ ਜੋਗੀ ਨੇ ਵੀ ਇਸ ਨੌਕਰ ਦੇ ਉੱਤੇ ਪੂਰਾ ਯਕੀਨ ਕਰ ਲਿਆ, ਜਿਵੇਂ ਉਹ ਕਹਿ ਲਓ ਕਿ ਉਹਨੂੰ ਆਪਣੇ ਪੁੱਤਰ ਵਾਂਗੂ ਘਰ ਦੇ ਵਿੱਚ ਹੀ ਰੱਖ ਲਿਆ। ਪਰ ਕਾਰਨ ਜਿਹੜਾ ਸੀ ਸਮਾਂ ਪਾ ਕੇ ਜਿਹਦੀ ਉਹ ਉਡੀਕ ਉਹ ਗੁੱਜਰ ਕਰਦਾ ਹੁੰਦਾ ਸੀ ਉਹ ਸਬੱਬ ਬਣਿਆ। ਇੱਕ ਵਾਰ ਉਹ ਜਿਹੜਾ ਜੋਗੀਆਂ ਦਾ ਪਰਿਵਾਰ ਸੀਗਾ ਉਹ ਆਪਣੇ ਕਿਸੇ ਰਿਸ਼ਤੇਦਾਰ ਦੀ ਸ਼ਾਦੀ 'ਤੇ ਜਾਣਾ ਸੀਗਾ। ਸੋ ਜਦ ਸ਼ਾਦੀ 'ਤੇ ਜਾਣਾ ਸੀਗਾ ਤੇ ਫਿਰ ਜੋਗੀਆਂ ਦੇ ਪਰਿਵਾਰ ਜਿਹੜਾ ਜੋਗੀ ਸੀਗਾ ਉਹਨੇ ਫਿਰ ਉਸ ਗੁੱਜਰ ਨੂੰ ਇਹ ਗੱਲ ਕਹਿ ਦਿੱਤੀ ਸੀ ਕਿ ਮੇਰੇ ਪਾਸ ਇੱਕ ਜਿਹੜਾ ਖਾਸ ਤਰ੍ਹਾਂ ਦਾ ਇੱਕ ਨਾਗ ਹੈਗਾ ਤੇ ਤੂੰ ਉਹਦੀ ਜਿਹੜੀ ਹੈਗੀ ਉਹ ਰੱਖਿਆ ਕਰਨੀ ਹੈ ਤੇ ਇਹ ਜਿਹੜੀ ਪਟਾਰੀ ਹੈਗੀ ਆ ਮੈਂ ਘਰ ਦੇ ਵਿੱਚ ਫਲਾਨੀ ਜਗ੍ਹਾ ਦੇ ਵਿੱਚ ਬਹੁਤ ਦੇਰ ਤੋਂ ਜਿਹੜੀ ਬੰਦ ਕਰਕੇ ਰੱਖੀ ਆ ਤੇ ਇਹਨੂੰ ਕਿਸੇ ਪਾਸੇ ਬਾਹਰ ਨਹੀਂ ਜਾਣ ਦੇਣਾ। ਜਦੋਂ ਉਹਨੇ ਜਿਹੜੀ ਸੀ ਇਹ ਸਾਰੀ ਗੱਲਬਾਤ ਗੁੱਜਰ ਦੇ ਨਾਲ ਕੀਤੀ ਤੇ ਗੁੱਜਰ ਨੇ ਕਿਹਾ ਸੀ ਤੁਸੀਂ ਚਿੰਤਾ ਨਾ ਕਰੋ, ਤੁਸੀਂ ਵਿਆਹ ਨਿਸੰਗ ਹੋ ਕੇ ਜਾਓ, ਮੈਂ ਤੁਹਾਡੇ ਘਰ ਦੀ ਸਾਰੀ ਜਿਹੜੀ ਸੰਭਾਲ ਵਾ ਪਿੱਛੋਂ ਰੱਖਿਆ ਪੂਰੀ ਤਰ੍ਹਾਂ ਕਰਾਂਗਾ। ਸੋ ਜਿਹੜਾ ਗੁੱਜਰ ਪਰਿਵਾਰ ਸੀ ਜਦ ਵਿਆਹ ਚਲੇ ਗਿਆ ਤਾਂ ਫਿਰ ਉਸਨੇ ਜਿਹੜਾ ਸੀਗਾ ਜਦ ਦੇਖਿਆ ਕਿ ਗੁੱਜਰ ਨੇ ਕਿ ਸਾਰਾ ਪਰਿਵਾਰ ਜਿਹੜਾ ਜੋਗੀ ਦਾ ਵਿਆਹ ਚਲੇ ਗਿਆ ਹੈਗਾ
ਤਾਂ ਫਿਰ ਉਹਨੇ ਦੇਖਿਆ ਕਿ ਹੁਣ ਘਰ ਦੇ ਵਿੱਚ ਮੈਂ ਇਕੱਲਾ ਹੈਗਾ ਤਾਂ ਜਾਂ ਜਿਹੜਾ ਇਹ ਸ਼ੇਸ਼ਨਾਗ ਵਾ ਜਿਹਨੇ ਇਹਨੇ ਆਪਣੇ ਮੰਤਰਾਂ ਨੂੰ ਕੀਰ ਕੇ ਰੱਖਿਆ ਹੈਗਾ। ਉਹਨੇ ਫਿਰ ਸਮਾਂ ਦੇਖਦੇ ਸਾਰ ਹੀ ਉਹਦੀ ਜਿਹੜੀ ਪਟਾਰੀ ਸੀ ਉਹ ਸਿਰ ਦੇ ਉੱਤੇ ਚੱਕ ਲਈ। ਜਦ ਚੱਕ ਲਈ ਤਾਂ ਫਿਰ ਉੱਥੋਂ ਪਟਾਰੀ ਲੈ ਕੇ ਜਦ ਦੌੜਨ ਲੱਗਾ ਤੇ ਫਿਰ ਉਹ ਜਿਹੜਾ ਜੋਗੀ ਵਿਆਹ ਗਿਆ ਸੀ ਉਹਨੂੰ ਵੀ ਫਿਰ ਮੰਤਰਾਂ ਦੇ ਸਿੱਧ ਮੰਤਰਾਂ ਦੇ ਨਾਲ ਇਹ ਆਪਣੇ ਅਨੁਭਵ ਦੇ ਵਿੱਚ ਗਿਆਨ ਹੋ ਗਿਆ ਕਿ ਜਿਹੜਾ ਗੁੱਜਰ ਜਿਹਨੂੰ ਮੈਂ ਆਪਣਾ ਨੌਕਰ ਜਾਂ ਪੁੱਤਰ ਬਣਾ ਕੇ ਘਰ 'ਚ ਰੱਖਿਆ ਸੀਗਾ ਉਹ ਮੇਰੇ ਨਾਲ ਦਗਾ ਕਰ ਗਿਆ ਅਤੇ ਉਹ ਸ਼ੇਸ਼ਨਾਗ ਦੀ ਪਟਾਰੀ ਨੂੰ ਲੈ ਕੇ ਘਰੋਂ ਬਾਹਰ ਨਿਕਲ ਗਿਆ ਹੈਗਾ। ਸੋ ਉਹਨੇ ਇਹ ਜਿਹੜੀ ਗੱਲ ਸੀਗੀ ਆਪਣੇ ਜਿਹੜੇ ਗੁੱਜਰ ਬਾਕੀ ਜਿਹੜੇ ਰਿਸ਼ਤੇਦਾਰ ਸੀਗੇ ਉਹਨਾਂ ਨੂੰ ਗੁੱਜਰ ਬਾਰੇ ਚੰਗੀ ਤਰ੍ਹਾਂ ਜਿਹੜਾ ਦੱਸ ਦਿੱਤਾ ਸੀਗਾ ਉਸ ਜੋਗੀ ਨੇ ਕਿ ਕਿਵੇਂ ਮੈਂ ਸ਼ੇਸ਼ਨਾਗ ਨੂੰ ਕੈਦ ਕੀਤਾ ਸੀਗਾ, ਘਰ ਦੇ ਵਿੱਚ ਰੱਖਿਆ ਸੀਗਾ। ਪਰ ਉਹ ਜਿਹੜਾ ਗੁੱਜਰ ਹੈਗਾ ਉਹ ਸ਼ੇਸ਼ਨਾਗ ਨੂੰ ਨਾਲ ਲੈ ਕੇ ਪਟਾਰੀ ਲੈ ਕੇ ਘਰੋਂ ਬਾਹਰ ਦੌੜ ਗਿਆ ਹੈਗਾ। ਸੋ ਕਹਿਣ ਤੋਂ ਭਾਵ ਕੀ ਆ ਕਿ ਜਿੰਨੇ ਗੁੱਜਰ ਬਰਾਦਰੀਆਂ ਸੀਗੀਆਂ ਉਹ ਸਾਰੀਆਂ ਇਕੱਠੀਆਂ ਹੋ ਗਈਆਂ ਅਤੇ ਸ਼ੇਸ਼ਨਾਗ ਨੂੰ ਖੋਹਣ ਵਾਸਤੇ ਉਸ ਗੁੱਜਰ ਤੋਂ ਪਟਾਰੀ ਤੋਂ ਸ਼ੇਸ਼ਨਾਗ ਨੂੰ ਵਾਪਸ ਲਿਆਉਣ ਵਾਸਤੇ ਵਿੱਚੇ ਵਿਆਹ ਛੱਡ ਕੇ ਜਿੰਨੇ ਵੀ ਜਿਹੜੇ ਜੋਗੀ ਸੀ ਉਹ ਆਪਣੀਆਂ ਬੀਨਾਂ ਲੈ ਕੇ ਪਿੱਛੇ ਭੱਜ ਗਏ। ਜਦ ਭੱਜ ਗਏ ਤਾਂ ਫਿਰ ਉਹ ਸ਼ੇਸ਼ਨਾਗ ਨੇ ਫਿਰ ਗੁੱਜਰ ਨੂੰ ਕਿਹਾ ਸੀਗਾ ਕਿ ਉੱਧਰ ਮੇਰੀ ਖਬਰ ਹੋ ਗਈ ਆ, ਸੋ ਉਹ ਜਿਹੜੇ ਜੋਗੀ ਹੈਗੇ ਉਹ ਵੀ ਸਾਡੇ ਪਿੱਛੇ ਆ ਗਏ ਆ ਅਤੇ ਤੂੰ ਜਿੰਨੀ ਛੇਤੀ ਹੋ ਸਕਦਾ ਅਤੇ ਇੰਨੇ ਮੀਲ ਦੀ ਇਹ ਜਿਹੜੀ ਕੀਲ ਇਹਨੇ ਕੱਢੀ ਹੈਗੀ ਆ ਕਿਸੇ ਤਰ੍ਹਾਂ ਮੈਨੂੰ ਤੂੰ ਇਸ ਕੀਲ ਦੇ ਵਿੱਚੋਂ ਬਾਹਰ ਕੱਢ ਦੇ, ਕਿਉਂਕਿ ਜਦ ਤੱਕ ਮੈਂ ਕੀਲ ਦੇ ਵਿੱਚ ਰਹਾਂਗਾ ਮੈਂ ਆਪਣਾ ਰੂਪ ਜਿਹੜਾ ਵਟਾ ਨਹੀਂ ਸਕਦਾ ਹੈ। ਜਦੋਂ ਮੈਂ ਕੀਲ 'ਚੋਂ ਬਾਹਰ ਆ ਗਿਆ ਫਿਰ ਤੂੰ ਮੈਨੂੰ ਜਿਹੜਾ ਹੈਗਾ ਇਸ ਕੀਲ ਤੋਂ ਆਜ਼ਾਦ ਕਰ ਸਕਦਾ। ਸੋ ਦੱਸਦੇ ਆ ਕਿ ਉਹ ਜਿਹੜਾ ਗੁੱਜਰ ਸੀਗਾ ਸ਼ੇਸ਼ਨਾਗ ਦੀ ਪਟਾਰੀ ਨੂੰ ਸਿਰ ਦੇ ਉੱਤੇ ਲੈ ਕੇ ਜਿਉਂ ਨੱਠਾ ਜਿਹੜਾ ਸੀਗਾ ਅਤੇ ਪਿੱਛੇ ਜੋਗੀ ਜਿਹੜੇ ਸੀ ਜਿਨ੍ਹਾਂ ਦੀ ਗਿਣਤੀ ਸੈਂਕੜਿਆਂ ਦੇ ਸੀ ਉਹ ਪਿੱਛੇ ਨੱਠਦੇ ਆਏ ਅਤੇ ਉਹਨਾਂ ਨੇ ਵੀ ਜਿਹੜੇ ਸੀ ਆਪਣੇ ਸਮੇਂ ਦੇ ਵਿੱਚ ਬੜੇ ਮੰਤਰ ਜਿਹੜੇ ਸੀ ਸਿੱਧ ਕੀਤੇ ਸੀ। ਸੋ ਇਸ ਤਰ੍ਹਾਂ ਜਿਹੜੀ ਸੀ ਉਹ ਕਸ਼ਮ ਜਦ ਚੱਲਦੀ ਰਹੀ ਅਤੇ ਜਦ ਉਹ ਗੁੱਜਰ ਬਿਲਕੁਲ ਕੀਲ ਦੇ ਕੋਲ ਪਹੁੰਚ ਗਿਆ ਅਤੇ ਉੱਧਰ ਜਿਹੜੇ ਸੀਗੇ ਉਹ ਵੀ ਇਕੱਠੇ ਹੋ ਕੇ ਜਦ ਉੱਪਰ ਪਹੁੰਚੇ ਤਾਂ ਫਿਰ ਉਹ ਸ਼ੇਸ਼ਨਾਗ ਨੇ ਫਿਰ ਉਸ ਜਿਹੜਾ ਗੁੱਜਰ ਸੀਗਾ ਉਹਨੂੰ ਇਹ ਗੱਲ ਕਹਿ ਦਿੱਤੀ ਸੀ, ਕਹਿਣ ਲੱਗਾ ਕਿ ਹੁਣ ਤਾਂ ਜਿਹੜੇ ਹੈਗੇ ਆ ਇਹ ਸਾਰੇ ਜੋਗੀ ਇਕੱਠੇ ਹੋ ਕੇ ਮੇਰੇ ਉੱਪਰ ਪਹੁੰਚ ਗਏ ਹੈ ਅਤੇ ਕੀਲ ਦਾ ਵੀ ਥੋੜ੍ਹਾ ਫਾਸਲਾ ਰਹਿ ਗਿਆ ਹੈਗਾ। ਸੋ ਤੂੰ ਆਪਣੇ ਬਲ ਦੇ ਨਾਲ ਆਪਣੇ ਜ਼ੋਰ ਦੇ ਨਾਲ ਇਹ ਜਿਹੜੀ ਪਟਾਰੀ ਕਿਸੇ ਤਰ੍ਹਾਂ ਤੂੰ ਕੀਲ ਤੋਂ ਬਾਹਰ ਛੱਡ ਦੇ। ਫਿਰ ਦੱਸਦੇ ਆ ਕਿ ਉਸ ਗੁੱਜਰ ਨੇ ਫਿਰ ਆਪਣੇ ਪੂਰੇ ਜ਼ੋਰ ਦੇ ਨਾਲ ਜਦੋਂ ਜੋਗੀ ਬਿਲਕੁਲ ਉਹਦੇ ਕੋਲ ਪਹੁੰਚ ਗਏ ਸੀਗੇ ਸਿਰ ਤੋਂ ਪਟਾਰੀ ਜਿਹੜੀਆਂ ਲਾ ਕੇ ਜ਼ੋਰ ਨਾਲ ਕੀਲ ਤੋਂ ਬਾਹਰ ਜਦ ਮਾਰੀ ਤਾਂ ਉਹ ਜਿਹੜੀ ਪਟਾਰੀ ਸੀ ਉਹ ਕੀਲ ਤੋਂ ਬਾਹਰ ਜਦ ਨਿਕਲੀ ਆ ਤਾਂ ਉਹ ਖੁੱਲ੍ਹ ਗਈ ਆ ਤਾਂ ਫਿਰ ਸ਼ੇਸ਼ਨਾਗ ਨੇ ਉਸੇ ਟਾਈਮ ਉਸ ਗੁੱਜਰ ਨੂੰ ਉੱਚੀ ਦੇਣੀ ਆਵਾਜ਼ ਮਾਰ ਕੇ ਇਹ ਗੱਲ ਕਹੀ ਸੀ, ਕਹਿੰਦੇ ਵੀ ਹੁਣ ਤੂੰ ਪਰਵਾਹ ਨਾ ਕਰ, ਹੁਣ ਮੈਂ ਘੋੜਾ ਇਹਦਾ ਰੂਪ ਧਾਰਨ ਕਰਦਾ ਅਤੇ ਤੂੰ ਮੇਰੇ 'ਤੇ ਸਵਾਰ ਹੋ ਜਾ। ਉਸੇ ਟਾਈਮ ਦੱਸਦੇ ਸੀ ਕਿ ਸ਼ੇਸ਼ਨਾਗ ਜਿਹੜਾ ਸੀਗਾ ਘੋੜਾ ਬਣਿਆ ਅਤੇ ਉਹ ਜਿਹੜਾ ਗੁੱਜਰ ਸੀਗਾ ਉਹ 'ਤੇ ਸਵਾਰ ਹੋ ਕੇ ਜੋਗੀਆਂ ਦੀ ਪਕੜ ਦੇ ਵਿੱਚੋਂ ਫਿਰ ਉਹ ਨਿਕਲ ਗਏ ਸੀ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਕਿਵੇਂ ਉਹ ਗੁੱਜਰ ਨੇ ਉਸ ਸ਼ੇਸ਼ਨਾਗ ਨੂੰ ਉਹਨਾਂ ਜੋਗੀਆਂ ਦੀ ਕੀਲ ਦੀ ਪਕੜ ਦੇ ਵਿੱਚੋਂ ਬਾਹਰ ਕੱਢ ਕੇ ਇੱਕ ਸ਼ੇਸ਼ਨਾਗ ਨੂੰ ਆਜ਼ਾਦੀ ਦਿੱਤੀ ਸੀ ਅਤੇ ਉਸ ਤੋਂ ਬਾਅਦ ਫਿਰ ਸ਼ੇਸ਼ਨਾਗ ਦਾ ਉਸ ਦੀ ਜਿਹੜੀ ਪਤਨੀ ਸ਼ੇਸ਼ਨਾਗਨੀ ਸੀ ਉਹਦੇ ਨਾਲ ਮਿਲਾਪ ਕਰਾਇਆ ਸੀ। ਜਦ ਮਿਲਾਪ ਕਰਾਇਆ ਸੀ ਫਿਰ ਦੋਨਾਂ ਨੇ ਦੱਸਦੇ ਆ ਵੀ ਸ਼ੇਸ਼ਨਾਗ ਦੇ ਸ਼ੇਸ਼ਨਾਗਨੀ ਨੇ ਫਿਰ ਗੁੱਜਰ ਨੂੰ ਆਪਣੀ ਦੁਨੀਆ ਦੀ ਸੈਰ ਕਰਾਈ ਸੀ। ਉਹਦੇ ਵਿੱਚ ਫਿਰ ਉਹਨੇ ਦੱਸਿਆ ਸੀਗਾ ਕਿ ਕਿਵੇਂ ਜਿਹੜੇ ਹੈਗੇ ਉੱਥੇ ਉਹ ਸੋਨੇ ਦੇ ਉਹਨਾਂ ਨੇ ਬਾਜ਼ਾਰ ਦਿਖਾਲੇ ਸੀਗੇ ਆਪਣੀਆਂ ਸ਼ਕਤੀਆਂ ਦੇ ਥਰੂ ਵੱਡੇ ਜਿਹੜੇ ਖਜ਼ਾਨੇ ਸੀਗੇ ਸ਼ੇਸ਼ਨਾਗ ਨੇ ਉਸ ਗੁੱਜਰ ਨੂੰ ਜਿਹੜੇ ਸੀ ਉਹ ਦਿਖਾਲੇ ਸੀ ਅਤੇ ਨਾਲ ਇਹ ਵੀ ਕਿਹਾ ਸੀਗਾ ਕਿ ਕਿਸੇ ਵੀ ਚੀਜ਼ ਦੀ ਤੈਨੂੰ ਲੋੜ ਆ ਜੋ ਵੀ ਹੈ ਤੂੰ ਇੱਥੋਂ ਚੱਕ ਸਕਦਾ ਹੈ। ਫਿਰ ਦੱਸਦੇ ਆ ਕਿ ਜਦ ਉਹ ਸਾਰੇ ਖਜ਼ਾਨੇ ਦੇਖੇ ਸੀ ਫਿਰ ਗੁੱਜਰ ਨੇ ਕਹਿੰਦੇ ਫਿਰ ਕਿ ਇਹ ਚੀਜ਼ ਮੰਗੀ ਸੀ ਕਿ ਮੈਨੂੰ ਕੋਈ ਚੀਜ਼ ਨਹੀਂ ਚਾਹੀਦੀ, ਮੈਨੂੰ ਇਹ ਚੀਜ਼ ਚਾਹੀਦੀ ਹੈ ਕਿ ਜਿਹਦੇ ਨਾਲ ਮੇਰਾ ਜਿਹੜਾ ਕੁੱਲਾਂ ਦਾ ਗੁਜ਼ਾਰਾ ਹੈਗਾ ਉਹ ਸਹਿਜ ਦੇ ਵਿੱਚ ਹੋ ਸਕੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਗੁੱਜਰ ਨੇ ਫਿਰ ਸ਼ੇਸ਼ਨਾਗ ਅਤੇ ਸ਼ੇਸ਼ਨਾਗਣੀ ਤੋਂ ਫਿਰ ਮੱਝਾਂ ਜਿਹੜੀਆਂ ਸੀਗੀਆਂ ਉਹ ਮੰਗੀਆਂ ਸੀ। ਇਹ ਮੱਝਾਂ ਜਿਹੜੀਆਂ ਸੀ ਕਹਿੰਦੇ ਫਿਰ ਦੋ ਤਰ੍ਹਾਂ ਦੀਆਂ ਮੰਗੀਆਂ ਸੀ, ਕਾਲੀਆਂ ਅਤੇ ਫਿਰ ਜਿਹੜੀਆਂ ਬੂਰੀਆਂ। ਜਦ ਮੱਝਾਂ ਮੰਗੀਆਂ ਅਤੇ ਫਿਰ ਸ਼ੇਸ਼ਨਾਗ ਨੇ ਕਹਿੰਦੇ ਸੀ ਜੋੜੇ ਨੇ ਇਹ ਵਰਦਾਨ ਦਿੱਤਾ ਸੀਗਾ ਕਿ ਤੂੰ ਡੀਓ ਦਾ ਜਿਹੜਾ ਇਹ ਅਲਾਪ ਹੈਗਾ ਇਹ ਕਰਦਾ ਜਿਹੜਾ ਹੈਗਾ ਉਹ ਅੱਗੇ ਤੋਂ ਅੱਗੇ ਜਾਈ ਜਾਣਾ, ਪਿੱਛਾ ਮੁੜ ਕੇ ਨਹੀਂ ਦੇਖਣਾ ਅਤੇ ਤੇਰੀ ਜਿਹੜੀ ਮਨੋਕਾਮਨਾ ਪੂਰੀ ਹੋਊਗੀ। ਉਹ ਫਿਰ ਦੱਸਦੇ ਆ ਕਿ ਉਹ ਜਿਹੜਾ ਗੁੱਜਰ ਸੀਗਾ ਉਹ ਡੀਓ ਕਰਦਾ ਜਦ ਅੱਗੇ ਨੂੰ ਤੁਰਿਆ ਸੀਗਾ ਅਤੇ ਤੁਰਦਾ ਕਾਫੀ ਜਦ ਦੂਰ ਗਿਆ ਫਿਰ ਉਹਦੇ ਮਨ ਦੇ ਵਿੱਚ ਆਇਆ ਵੀ ਦੇਖਾਂ ਤਾਂ ਸਹੀ ਮੇਰੇ ਪਿੱਛੇ ਕੀ ਆ।
जद उन्हें पिछा मुड़ के देखा तो पिछे कालियां ते बूरियां जिहड़ियां मੱਝਾਂ सैकड़े गिणती दे विच नज़र आईयां सी। सो कहण तो भाव ये है कि ये जिहड़ी है ना ये गाथा हैगी आ जो पुरातन समय दे विच बजुर्ग सत्थां दे विच सुणाउंदे हुंदे सीगे। ਇਹਦੇ ਪਿੱਛੇ बड़े राज छुपे आ। सो ये गल्लां ਜਿਹੜੀਆਂ ਹਨ सीने बसीने ਅੱਗੇ ਤੋਂ ਅੱਗੇ ਜਿਹੜੀਆਂ ਚੱਲਦੀਆਂ ਹੈਗੀਆਂ, ਭਾਵੇਂ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਜਾਂ ਵਰਗ ਹੈਗਾ ਉਹ ਇਹਨਾਂ ਗੱਲਾਂ ਤੋਂ ਜ਼ਿਆਦਾ ਅਨਭੋਲ ਹੈਗੇ ਆ, ਪਰ ਫਿਰ ਵੀ ਗਿਆਨ ਵਾਸਤੇ ਜਿਹੜੀਆਂ ਹਨ ਇਹ ਗੱਲਾਂ ਹੈਗੀਆਂ ਇਹ ਸਾਨੂੰ ਜਾਣੀ ਹੀ ਸਾਂਭ ਕੇ ਰੱਖਣੀਆਂ ਚਾਹੀਦੀਆਂ ਹੈ। ਸਾਨੂੰ ਜਾਣੀ ਪਤਾ ਲੱਗਣਾ ਚਾਹੀਦਾ ਹੈ ਕਿ ਇਸ ਦੁਨੀਆ ਦੇ ਅੰਦਰ ਵੀ ਹੈ ਨਾ ਬੜਾ ਕੁਛ ਹੈ। ਦੁਨੀਆ ਜਿਹੜੀ ਹੈ ਉਹ ਪਰਮੇਸ਼ਰ ਨੇ ਹਰੇਕ ਜੀਵ ਦੇ ਵਿੱਚ ਜਾਂ ਹਰੇਕ ਜੰਤੂ ਦੇ ਅੰਦਰ ਅੱਗੇ ਤੋਂ ਅੱਗੇ ਐਸੇ ਭਾਵ ਦੀ ਜਿਹੜੀ ਪੈਦਾ ਕਰ ਦਿੱਤੀ ਹੈ ਕਿ ਜਿਹੜੀ ਸਮਝਣੀ ਵੀ ਹੈ ਨਾ ਉਹ ਸਾਡੀ ਬੁੱਧੀ ਤੋਂ ਪਰੇ ਹੈ। ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜੀਵਨ ਸਾਖੀਆਂ ਦੇ ਵਿੱਚੋਂ ਦਰਸ਼ਨ ਕਰਦੇ ਹਾਂ ਕਿ ਕਿਵੇਂ ਗੁਰੂ ਸਾਹਿਬ ਵੀ ਜਿਹੜੇ ਸੀਗੇ ਉਹ ਇੱਕ ਵਾਰੀ ਜਿਹੜੀ ਸੀ ਉਹ ਕੀੜੀ ਦੇਸ਼ ਵਿੱਚ ਗਏ ਆ, ਅਤੇ ਜਦ ਉੱਥੇ ਸੈਂਕੜੇ ਲੱਖਾਂ ਕਰੋੜਾਂ ਕੀੜੀਆਂ ਦੇਖੀਆਂ ਤਾਂ ਫਿਰ ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਨੂੰ ਆਖਿਆ ਸੀਗਾ ਕਿ ਅਸੀਂ ਪਹਿਲੇ ਆਦਮੀ ਹਾਂ ਜਿਹੜੇ ਇਸ ਕੀੜੀ ਨਗਰ ਦੇਸ਼ ਵਿੱਚ ਪਹੁੰਚੇ ਹਾਂ। ਫਿਰ ਗੁਰੂ ਸਾਹਿਬ ਨੇ ਦੱਸਿਆ ਸੀਗਾ ਕਿ ਨਹੀਂ, ਸਾਡੇ ਤੋਂ ਪਹਿਲਾਂ ਵੀ ਇੱਕ ਰਾਜਾ ਆਇਆ ਸੀਗਾ ਅਤੇ ਉਹਦੇ ਕੋਲ ਵੀ ਜਿਹੜੀ ਸੀਗੀਆਂ ਉਹ ਲੱਖਾਂ ਜਿਹੜੀਆਂ ਸੀਗੀਆਂ ਫੌਜਾਂ ਸੀਗੀਆਂ, ਅਤੇ ਉਹਦੇ ਜਿਹੜੇ ਜਿੱਥੋਂ ਦੀ ਵੀ ਲੰਘਦੀਆਂ ਸੀਗੀਆਂ ਉਹ 22 ਕੂਣੀਆਂ ਜਿਹੜੀਆਂ ਖੂਹ ਦੀਆਂ ਧੂੜ ਨਾਲ ਭਰ ਦਿੰਦੀਆਂ ਸੀ। ਉਹ ਵੀ ਜਦ ਕਹਿੰਦੇ ਅਸੀਂ ਕੀੜੀ ਦੇਸ਼ 'ਚੋਂ ਲੰਘੀਆਂ ਸੀਗੀਆਂ ਅਤੇ ਉਹ ਰਾਜੇ ਦੀ ਵੀ ਹਾਰ ਹੋਈ ਸੀ। ਸੋ ਕਹਿਣ ਤੋਂ ਭਾਵ ਇਹ ਹੈ ਕਿ ਬਹੁਤ ਸਾਰੇ ਜਿਹੜਾ ਨਾ ਵਿਚਿੱਤਰ ਸਾਖੀਆਂ ਜਿਹੜੀਆਂ ਹੈ ਅਸੀਂ ਜਦ ਪੁਰਾਤਨ ਗ੍ਰੰਥਾਂ ਵਿੱਚੋਂ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਅਤੇ ਕਈ ਤਰ੍ਹਾਂ ਦੇ ਸਵਾਲ ਸਾਡੇ ਅੰਦਰ ਖੜ੍ਹੇ ਹੋ ਜਾਂਦੇ ਆ, ਪਰ ਫਿਰ ਵੀ ਕਿਉਂਕਿ ਇੱਕ ਅਲੱਪ ਬੁੱਧੀ ਰਾਹੀਂ ਅਸੀਂ ਜਿਹੜਾ ਹੈਗਾ ਉਹ ਇੰਨਾ ਹੀ ਕਰ ਸਕਦੇ ਹਾਂ ਕਿ ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੇ ਸਾਈਂ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਦੀਆਂ ਖੇਡਾਂ ਨੇ, ਵਾਹਿਗੁਰੂ ਦੇ ਚੋਜ ਨੇ, ਕਿਉਂ ਨਾ ਵਾਹਿਗੁਰੂ ਤੋਂ ਵਾਰ-ਵਾਰ ਕੁਰਬਾਨ ਹੋ ਜਾਈਏ, ਕਿਉਂਕਿ ਜੋ ਵਾਹਿਗੁਰੂ ਨੂੰ ਭਾਉਂਦਾ ਹੈਗਾ ਉਹ ਖੇਡ ਇਸ ਬ੍ਰਹਿਮੰਡ ਦੇ ਵਿੱਚ ਖੇਡਦਾ ਹੈਗਾ। ਸੋ ਇਹ ਨਹੀਂ, ਅਨੇਕ ਤਰ੍ਹਾਂ ਦੀਆਂ ਜਿਹੜੀਆਂ ਖੇਡਾਂ ਹੈਗੀਆਂ ਉਹ ਪਰਮੇਸ਼ਰ ਨੇ ਬਣਾਈਆਂ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਪੁਰਾਤਨ ਸਮੇਂ ਦੇ ਜਿਹੜੇ ਬਜ਼ੁਰਗ ਇਨਸਾਨ ਸੀਗੇ ਉਹਨਾਂ ਦਾ ਜੀਵਨ ਬੜਾ ਸੱਚਾ ਅਤੇ ਸੁੱਚਾ ਸੀਗਾ। ਸੋ ਉਹ ਹਰੇਕ ਤਰ੍ਹਾਂ ਦੀ ਦੁਨੀਆ ਤੋਂ ਭਲੀ ਭਾਵ ਜਿਹੜੇ ਸੀ ਉਹ ਵਾਕਫ ਹੁੰਦੇ ਸੀਗੇ। ਸੋ ਉਹਨਾਂ ਦੀ ਜਿਹੜੀ ਵਾਕਫੀ ਸੀ ਬੜੀ ਉੱਚੀ ਅਤੇ ਗਹਿਰੀ ਹੁੰਦੀ ਸੀ, ਜਿਸ ਕਰਕੇ ਉਹ ਜਿਹੜੇ ਇਹ ਗੁਪਤ ਰਹੱਸ ਸੀਗੇ ਇਹ ਇੱਕ ਦੂਸਰੇ ਦੇ ਨਾਲ ਜਿਹੜੇ ਸੀਗੇ ਇਸੇ ਤਰ੍ਹਾਂ ਗਾਥਾ ਜਾਂ ਕਹਾਣੀ ਜਾਂ ਬਾਤਾਂ ਦੇ ਰੂਪ ਦੇ ਵਿੱਚ ਖੋਲ੍ਹਦੇ ਹੁੰਦੇ ਸੀ, ਤਾਂ ਜੋ ਇਹ ਜਿਹੜਾ ਗਿਆਨ ਹੈ ਨਾ ਪੀੜ੍ਹੀ ਦਰ ਪੀੜ੍ਹੀ ਬਣਿਆ ਰਹੇ ਅਤੇ ਅੱਗੇ ਤੋਂ ਅੱਗੇ ਜਿਹੜੇ ਹੈ ਨਾ ਗੁਰਸਿੱਖਾਂ ਨੂੰ ਇਸ ਚੀਜ਼ ਦੀ ਜਿਹੜੀ ਹੈ ਨਾ ਸਮਝ ਆ ਜਾਵੇ ਕਿ ਭਾਵ ਕੀ ਆ ਕਿ ਜੋ ਵੀ ਚੀਜ਼ ਉਸ ਪਰਮੇਸ਼ਰ ਨੇ ਬਣਾਈ ਹੈਗੀ ਆ ਉਹ ਇਸ ਇਨਸਾਨ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਹੈ ਜੁੜੀ ਹੈ ਅਤੇ ਇਹਦੀ ਸੇਵਾ ਵਾਸਤੇ ਤਤਪਰ ਰਹਿੰਦੀ ਹੈ, ਪਰ ਬਸ਼ਰਤੇ ਇਹ ਹੈ ਕਿ ਉਹ ਇਨਸਾਨ ਗੁਰੂ 'ਤੇ ਪੂਰਾ ਭਰੋਸਾ ਰੱਖੇ। ਜਦੋਂ ਉਹਦਾ ਗੁਰੂ 'ਤੇ ਭਰੋਸਾ ਪੂਰਾ ਹੋ ਜਾਂਦਾ ਹੈ ਨਾ ਤਾਂ ਫਿਰ ਸਮਝ ਲਓ ਉਹ ਪਰਮੇਸ਼ਰ ਦੀ ਬਣਾਈ ਦੁਨੀਆ ਦੇ ਉੱਤੇ ਵੀ ਉਹਦਾ ਜਿਹੜਾ ਅਟੱਲ ਵਿਸ਼ਵਾਸ ਹੋ ਜਾਂਦਾ, ਚਾਹੇ ਉਹ ਇਨਸਾਨ ਇਸ ਖੇਡਾਂ ਨੂੰ ਜਾਣਦਾ ਜਾਂ ਨਾ ਜਾਣਦਾ ਹੈ, ਪਰ ਫਿਰ ਵੀ ਉਹਦੇ ਮਨ ਦੇ ਅੰਦਰ ਜਿਹੜੀ ਇਹ ਚੀਜ਼ ਕਰ ਜਾਂਦੀ ਹੈ ਕਿ ਵਾਹਿਗੁਰੂ ਤੇਰਾ ਸਭ ਸਦਕਾ, ਕਿ ਉਸ ਪਰਮੇਸ਼ਰ ਦਾ ਸਾਰਾ ਸਦਕਾ ਹੈ ਕਿ ਜੋ ਵੀ ਉਹਨੇ ਜੀਵ ਜੰਤੂ ਬਣਾਏ ਆ ਅਤੇ ਸਭਾ ਨੂੰ ਜਿਹੜਾ ਹੈ ਉਹ ਰਿਜ਼ਕ ਦਿੱਤਾ ਹੈਗਾ, ਇਹ ਉਹਦੀ ਖੇਡ ਹੈ, ਇਹ ਉਹਦੇ ਚੋਜ ਹੈ। ਸੋ ਗੁਰਸਿੱਖ ਜਿਹੜੇ ਹੈ ਵਾਹਿਗੁਰੂ ਦੀਆਂ ਖੇਡਾਂ ਅਤੇ ਚੋਜਾਂ ਤੋਂ ਸਦਾ ਜਿਹੜੇ ਹੈ ਉਹ ਸਦਕੇ ਜਾਂਦੇ ਅਤੇ ਸਦਕੇ ਹੀ ਜਾਣਗੇ। ਸੋ ਇੰਨੇ ਵਚਨ ਕਰਦਾ ਹੋਇਆ ਦਾਸ ਖੇਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।